ਨਾ ਇੱਕ ਕਮਿਊਨਿਟੀ ਦੇ ਵਿੱਚ ਗੱਲ ਕਹੀ ਜਾਂਦੀ, ਮਰਿਆਂ ਨਾਲ ਮਰਿਆ ਨਹੀਂ ਜਾਂਦਾ ਹੁੰਦਾ। ਉਹ ਗੱਲ ਕਿਸੇ ਨੂੰ ਕਿੰਨੀ ਚੋਟ ਪਹੁੰਚਾਉਂਦੀ ਹੋ ਸਕਦੀ ਹੈ, ਸ਼ਾਇਦ ਕਹਿਣ ਵਾਲਾ ਸੋਚਦਾ ਵੀ ਨਹੀਂ। ਮਮ ਸਾਡੇ ਪਾਸਟ ਅਵੇ ਹੋ ਗਏ ਤੇ ਅਸੀਂ ਬਹੁਤ ਸਾਲ ਕਦੇ ਮਮ ਦਾ ਨਾਂ ਤੱਕ ਨਹੀਂ ਲਿਆ। ਇਹ ਨਹੀਂ ਹੈਗਾ ਵੀ ਅਸੀਂ ਗਰੀਫ ਨਹੀਂ ਸੀ ਕਰਦੇ, ਗਰੀਫ ਵੀ ਕਰਦੇ ਸੀ ਆਪਦੇ ਤੌਰ ਤੇ। ਵੀ ਵਰ ਗੋਇੰਗ ਥਰੂ ਦਾ ਲਾਸ, ਬਹੁਤ ਮੁਸ਼ਕਲ ਟਾਈਮ ਸੀ। ਪਰ ਸਾਨੂੰ ਲੱਗਦਾ ਸੀ ਜੇ ਅਸੀਂ ਫੋਨ ਤੇ ਵੀ ਕਹਿਤਾ ਵੀ ਮੰਮੀ ਦੀ ਗੱਲ ਕਰ ਲਈ, ਸ਼ਾਇਦ ਦੂਜੇ ਬੰਦੇ ਨੂੰ ਤਕਲੀਫ ਪਹੁੰਚੂਗੀ। ਖੁਸ਼ੀ ਜਾਂ ਗਮੀ ਵੇਲੇ ਅਸੀਂ ਆਪਣਾ ਸਟੀਅਰਿੰਗ ਜਿਹੜਾ ਉਹ ਮੂਡ ਦੇ ਹੱਥ ਫੜਾ ਦਿੰਦੇ ਹਾਂ, ਤੇ ਫਿਰ ਮੂਡ ਸਾਨੂੰ ਇੱਦਾਂ ਡਰਾਈਵ ਕਰਦਾ ਹੈ ਕਿ ਹਰ ਕਿਸੇ ਦੇ ਵਿੱਚ ਜਾ ਕੇ ਵੱਜਦੀ ਫਿਰਦੀ ਆ ਸਾਡੀ ਗੱਡੀ। ਆਪਾਂ ਮੰਨਦੇ ਨਹੀਂ ਵੀ ਇਹ ਸਾਡੇ ਨਾਲ ਹੋ ਸਕਦਾ, ਇਹ ਕਾਹਤੋਂ ਹੋਇਆ, ਕਿ ਜਿਵੇਂ ਆਪਾਂ ਨਹੀਂ ਮੰਨ ਸਕਦੇ। ਆਪਾਂ ਨੂੰ ਲੱਗਦਾ ਅਸੀਂ ਨਹੀਂ ਹੋ ਸਕਦੇ, ਹੋ ਸਕਦਾ ਇਹ ਸੁਪਨਾ ਹੋਵੇ। ਆਪਾਂ ਨੂੰ ਗੁੱਸਾ ਚੜਦਾ ਵੀ ਇਹ ਮੇਰੇ ਨਾਲ ਕਿਉਂ ਹੋਇਆ, ਸਾਡੇ ਨਾਲ ਕਿਉਂ ਹੋਇਆ, ਅਸੀਂ ਕੀ ਮਾੜਾ ਕੀਤਾ ਸੀ। ਕਈ ਵਾਰੀ ਆਪਾਂ ਨੂੰ ਪਰਮਾਤਮਾ ਤੇ ਵੀ ਗੁੱਸਾ ਚੜਦਾ, ਆਪਦੇ ਆਪ ਤੇ ਵੀ। ਕਈ ਵਾਰੀ ਤੁਸੀਂ ਆਪਦੇ ਆਪ ਨੂੰ ਬਲੇਮ ਕਰਨ ਲੱਗ ਜਾਂਦੇ ਹੋ ਵੀ ਜੇ ਮੈਂ ਆਹ ਕੀਤਾ ਹੁੰਦਾ ਜਾਂ ਇਉਂ ਹੁੰਦਾ। ਫਿਰ ਆਪਾਂ ਪਰਮਾਤਮਾ ਕੋਲੇ ਜਾ ਕੇ ਆਪਾਂ ਕਹਿੰਦੇ ਹਾਂ ਵੀ ਬਾਰਗਨਿੰਗ ਕਰਦੇ ਹਾਂ ਵੀ ਪਰਮਾਤਮਾ ਸਾਨੂੰ ਆਹ ਕਰਦੇ, ਠੀਕ ਕਰਦੇ, ਆਹ ਮੈਂ ਕਰੂੰ, ਪਾਠ ਕਰਾਊਂ, ਮੰਦਰ 'ਚ ਜਾਊਂ, ਇੰਨੇ ਪੁੰਨਦਾਨ ਕਰੂੰ, ਇੰਨੀ ਸੇਵਾ ਕਰੂੰ। ਤੁਹਾਡੇ ਪੇਰੈਂਟਸ ਦੇ ਫਰੈਂਡਸ ਜਿਹੜੇ ਹੈ ਉਹ ਗੁਜ਼ਰ ਰਹੇ ਹੈ। ਹਾਂਜੀ। ਤੁਹਾਡੇ ਭੂਆ, ਮਾਸੀ, ਫੁੱਫੜ ਉਹ ਜਾ ਰਹੇ ਨੇ। ਹਾਂਜੀ। ਤੇ ਕਹਿੰਦੇ ਇਹ ਆਪਣੇ ਆਪ ਦੇ ਵਿੱਚ ਬਹੁਤ ਔਖਾ ਸਮਾਂ ਆ, ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਮਾਨਸਿਕ ਰੂਪ ਦੇ ਵਿੱਚ ਤਿਆਰ ਕਰਨਾ। ਬਿਮਾਰ ਹੁੰਦਾ ਹਸਪੀਟਲ ਦੇ ਵਿੱਚ, ਤਕਲੀਫ ਦੇ ਵਿੱਚ ਹੁੰਦਾ, ਕਈ ਵਾਰੀ ਆਪਾਂ ਨੂੰ ਪਤਾ ਹੁੰਦਾ ਵੀ ਇਹ ਨਹੀਂ ਬਚ ਸਕਦਾ, ਫਿਰ ਆਪਾਂ ਆਪ ਹੀ ਕਹਿੰਦੇ ਆ ਵੀ ਪਰਮਾਤਮਾ ਲੈ ਜਾ, ਤੁਹਾਨੂੰ ਦੇਖੀ ਨਹੀਂ ਜਾਂਦੀ ਤਕਲੀਫ। ਕਲਚਰ ਦੇ ਵਿੱਚ ਆਪਾਂ ਕਹਿਣ ਲੱਗ ਜਾਂਦੇ ਇਹ ਤਾਂ ਹੁਣ ਰੰਗ ਬਿਰੰਗੇ ਕੱਪੜੇ ਪਾਉਣ ਲੱਗ ਗਏ, ਇਹ ਤਾਂ ਇਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਹੈਗਾ, ਉਹ ਤਾਂ ਬੰਦਾ ਜਿਮ ਜਾਂਦਾ। ਸੁਸਾਇਟੀ ਦਾ ਪ੍ਰੈਸ਼ਰ ਕਰਕੇ ਵੀ ਬੰਦਾ ਹੀਲ ਅੰਦਰੋਂ ਹੋਣਾ ਵੀ ਚਾਹੁੰਦਾ ਹੋਵੇ, ਉੱਥੇ ਥੋੜਾ ਜਿਹਾ ਉਹਨੂੰ ਰਿਸਟ੍ਰਿਕਟਿਡ ਮਹਿਸੂਸ ਹੁੰਦਾ। ਖੁਸ਼ੀਆਂ ਵੇਲੇ ਤਾਂ ਅਸੀਂ ਕਹਿੰਦੇ ਹਾਂ ਕਿ ਖੁਸ਼ੀਆਂ ਖੇੜੇ ਬਣੇ ਰਹਿਣ, ਸੁੱਖ ਹੈਗੇ ਆ ਚਾਰੇ ਪਾਸੇ, ਬਹੁਤ ਵਧੀਆ, ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰੀਦਾ। ਤੇ ਦੂਸਰੇ ਪਾਸੇ ਜੇਕਰ ਸਾਡੇ ਪਰਿਵਾਰ ਦੇ ਵਿੱਚ ਜਾਂ ਸਾਡੇ ਆਪਣੇ ਆਪ ਦੇ ਉੱਤੇ ਵਿਅਕਤੀਗਤ ਨਿੱਜੀ ਰੂਪ ਦੇ ਵਿੱਚ ਕੋਈ ਦੁੱਖ ਆ ਜਾਂਦਾ ਹੈ, ਤਾਂ ਫਿਰ ਉਹਦੇ ਨਾਲ ਸਾਨੂੰ ਡੀਲ ਕਰਨਾ ਨਹੀਂ ਆਉਂਦਾ ਹੁੰਦਾ। ਸਾਨੂੰ ਨਹੀਂ ਸਮਝ ਆਉਂਦੀ ਉਸ ਹਾਲਾਤ ਦੇ ਵਿੱਚ। ਉਹ ਹਾਲਾਤ ਕੋਈ ਵੀ ਹੋ ਸਕਦੇ ਹੈ। ਸਾਡੇ ਆਪਣੇ ਕਿਸੇ ਪਿਆਰੇ ਦਾ ਇਸ ਦੁਨੀਆ ਤੋਂ ਚਲੇ ਜਾਣਾ ਹੋ ਸਕਦਾ ਹੈ। ਸਾਨੂੰ ਨੁਕਸਾਨ, ਬਹੁਤ ਵੱਡਾ ਘਾਟਾ ਸਾਡੇ ਕੰਮਕਾਰ, ਸਾਡੇ ਵਪਾਰ ਦੇ ਵਿੱਚ ਪੈ ਗਿਆ ਹੋ ਸਕਦਾ ਹੈ, ਜਾਂ ਫਿਰ ਸਾਡੇ ਬੱਚੇ ਦੀ ਬਿਮਾਰੀ ਜਿਹੜੀ ਹੈ ਉਹ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਹੋ ਸਕਦੀ ਹੈ, ਜਾਂ ਫਿਰ ਇੱਥੋਂ ਤੱਕ ਕਿ ਸਾਡਾ ਪੈਟ ਡੌਗ ਜਿਹੜਾ ਹੈ ਉਹਦੀ ਮੌਤ ਹੋ ਜਾਣਾ ਵੀ ਸਾਡੇ ਲਈ ਬੜਾ ਹੀ ਨੁਕਸਾਨਦੇਹ ਹੈ। ਪ੍ਰੈਗਨੈਂਸੀ ਲਾਸ ਜਾਂ ਮਿਸਕੈਰੇਜ ਹੋ ਜਾਣਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦੁੱਖ ਹੈ। ਕਿਸੇ ਨੇ ਤੁਹਾਨੂੰ ਧੋਖਾ ਦੇ ਦਿੱਤਾ ਰਿਸ਼ਤਿਆਂ ਦੇ ਵਿੱਚ, ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦੁੱਖ ਹੈ। ਔਰ ਇਸੇ ਤਰ੍ਹਾਂ ਹੀ ਰਿਸ਼ਤੇ ਦਾ ਟੁੱਟ ਜਾਣਾ, ਤਲਾਕ ਦੇ ਵਿੱਚੋਂ ਗੁਜ਼ਰਨਾ। ਸੋ ਇਹ ਸਾਰੇ ਹਾਲਾਤ ਜਿਹੜੇ ਨੇ, ਇਹ ਕਿਉਂਕਿ ਪਹਿਲਾਂ ਨਹੀਂ ਅਸੀਂ ਹੰਢਾਏ ਹੁੰਦੇ ਤਾਂ ਤਕਲੀਫ ਦੇ ਸਾਬਤ ਹੁੰਦੇ ਨੇ, ਸਾਨੂੰ ਬਹੁਤ ਵੱਡਾ ਦੁੱਖ ਤੇ ਸੋਗ ਦੇ ਜਾਂਦੇ ਨੇ। ਪਰ ਉਸ ਵੇਲੇ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਹਾਲਾਤ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਕੀ ਦੱਸਣਾ, ਸਮਝਾਉਣਾ ਹੈ। ਮੈਂ ਇੱਕ ਗੱਲ ਪੜ੍ਹੀ ਸੀ, ਕਹਿੰਦੇ ਕਿ ਖੁਸ਼ੀ ਜਾਂ ਗਮੀ ਵੇਲੇ ਅਸੀਂ ਆਪਣਾ ਸਟੀਅਰਿੰਗ ਜਿਹੜਾ ਉਹ ਮੂਡ ਦੇ ਹੱਥ ਫੜਾ ਦਿੰਦੇ ਹਾਂ, ਤੇ ਫਿਰ ਮੂਡ ਸਾਨੂੰ ਇੱਦਾਂ ਡਰਾਈਵ ਕਰਦਾ ਹੈ ਕਿ ਹਰ ਕਿਸੇ ਦੇ ਵਿੱਚ ਜਾ ਕੇ ਵੱਜਦੀ ਫਿਰਦੀ ਆ ਸਾਡੀ ਗੱਡੀ। ਸੋ ਉਸ ਵੇਲੇ ਜੇ ਅਸੀਂ ਉਹ ਸਟੀਅਰਿੰਗ ਮੂਡ ਨੂੰ ਨਾ ਫੜਾ ਕੇ ਆਪਣੀ ਅਕਲ ਨੂੰ, ਆਪਣੀ ਸੋਝੀ ਨੂੰ ਦਈਏ, ਤਾਂ ਕਿ ਹੌਲੀ ਹੌਲੀ ਕਰਦਿਆਂ ਉਸ ਦੁੱਖ ਨੂੰ, ਜਿਹੜਾ ਕਿ ਉਸ ਵੇਲੇ ਬਹੁਤ ਜ਼ਿਆਦਾ ਲੱਗ ਰਿਹਾ ਹੈ, ਉਹ ਭਾਵੇਂ ਰਹੇਗਾ ਵੀ ਜ਼ਿੰਦਗੀ ਭਰ, ਖਲਾ ਜਿਹੜਾ ਹੈ ਵੋਇਡ ਰਹਿਣ ਵਾਲਾ ਆ, ਪਰ ਉਹਦੇ ਨਾਲ ਸਾਨੂੰ ਜਿਉਣਾ ਆ ਜਾਵੇ। ਔਰ ਉਹ ਜਿਉਣਾ ਜਿਹੜਾ ਹੈ ਸਕਾਰਾਤਮਕ ਹੋਵੇ, ਬਜਾਏ ਕਿ ਅਸੀਂ ਕਿਸੇ ਨਾਲ ਗੁੱਸਾ ਕਰਨਾ ਸ਼ੁਰੂ ਕਰ ਦਈਏ, ਬਜਾਏ ਕਿ ਅਸੀਂ ਕਿਸੇ 'ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਈਏ, ਬਜਾਏ ਕਿ ਅਸੀਂ ਆਪਣੇ ਆਪ ਨੂੰ ਗੁਨਾਹਗਾਰ ਸਮਝਣਾ ਸ਼ੁਰੂ ਕਰ ਦਈਏ। ਸੋ ਇਸੇ ਕਰਕੇ ਹੀ ਗਰੀਫ ਐਂਡ ਲਾਸ ਨੂੰ ਕਿਸ ਤਰ੍ਹਾਂ ਪ੍ਰੋਸੈਸ ਕਰਨਾ ਹੈ, ਇਸ ਸੰਬੰਧ ਵਿੱਚ ਅੱਜ ਦੇ ਪ੍ਰੋਗਰਾਮ ਰੋਸ਼ਨੀ 'ਚ ਅਸੀਂ ਗੱਲਬਾਤ ਕਰਾਂਗੇ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਡੇ ਹਰਪ੍ਰੀਤ ਹੰਸ ਜੀ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਨੇ। ਹਰਪ੍ਰੀਤ ਜੀ ਜਿਹੜੇ ਕਿ PCHS ਦੇ ਨਾਲ ਗਰੁੱਪ ਫੈਸਿਲੀਟੇਟਰ ਦੇ ਤੌਰ 'ਤੇ ਕੰਮ ਕਰਦੇ ਨੇ, ਆਪ ਨਰਸ ਤੇ ਐਜੂਕੇਟਰ ਵੀ ਨੇ। ਸਵਾਗਤ ਕਰਦੇ ਹਾਂ, ਵੈਲਕਮ। ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ। ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਆਦਾਬ। ਕਈ ਵਾਰੀ ਚੀਜ਼ਾਂ ਲਾਈਫ ਦੇ ਵਿੱਚ ਇੱਦਾਂ ਦੀਆਂ ਹੋ ਜਾਂਦੀਆਂ ਨੇ, ਜਿਵੇਂ ਹੁਣ ਆਪਾਂ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰੀਏ, ਇਮੀਗ੍ਰੇਸ਼ਨ ਦੇ ਤੌਰ 'ਤੇ ਵੀ ਆਪਾਂ ਜਦੋਂ ਆਉਂਦੇ ਹਾਂ, ਆਪਾਂ ਬਹੁਤ ਲਾਸ ਫੀਲ ਕਰਦੇ ਹਾਂ। ਆਪਣੀ ਫੈਮਿਲੀ, ਫਰੈਂਡਸ ਪਿੱਛੇ ਛੱਡ ਕੇ ਆਉਂਦੇ ਹਾਂ, ਆਪਣਾ ਕਲਚਰ, ਆਪਣੀ ਲੈਂਗੁਏਜ, ਆਪਣੇ ਕੋਲ ਟੈਂਪਰੇਰੀ
ਆਇਡੈਂਟੀਟੀ ਨਹੀਂ ਹੁੰਦੀ, ਆਪਾਂ ਇੱਥੇ ਆ ਕੇ ਆਪਦੀ ਆਇਡੈਂਟੀਟੀ ਬਣਾਉਂਦੇ ਹਾਂ। ਸੋ ਬਹੁਤ ਚੀਜ਼ਾਂ ਦਾ ਲੋਸ ਆ ਜਿਹੜਾ ਆਪਾਂ ਲਾਈਫ ਦੇ ਹਰੇਕ ਪੜਾਅ ਦੇ ਵਿੱਚ, ਚਾਹੇ ਉਹ ਥੋੜਾ ਚਾਹੇ ਉਹ ਜ਼ਿਆਦਾ ਆ, ਆਪਾਂ ਗੋ ਥਰੂ ਹੁੰਦੇ ਆ। ਦਿਸ ਇਜ਼ ਸੋ ਟਰੂ। ਮੈਂ ਇੱਥੋਂ ਤੱਕ ਵੀ ਕਿ ਲੋਕ ਜਿਹੜੇ ਆ ਉਹ 20 ਸਾਲ ਪਹਿਲਾਂ ਹੋਏ ਘਾਟੇ ਨੂੰ, ਉਹ ਕਿਸੇ ਲੋਸ ਨੂੰ, ਕਿਸੇ ਆਪਣੇ ਅਜ਼ੀਜ਼ ਦਾ ਗੁਜ਼ਰ ਜਾਣਾ, ਕਿਉਂਕਿ ਉਹਨੂੰ ਪ੍ਰੋਸੈਸ ਨਹੀਂ ਕਰ ਪਾਏ ਤੇ ਅੱਜ ਤੱਕ ਉਹਦੀ ਕਮੀ ਦੁੱਖ ਉਹਦੇ ਕਰਕੇ ਮਹਿਸੂਸ ਕਰਦੇ ਨੇ। ਤੇ ਕਈ ਵਾਰੀ ਕੀ ਹੁੰਦਾ ਵੀ ਕਈ ਆਪਾਂ ਬਿਲਕੁਲ ਨਮ ਕਰ ਦਿੰਦੇ ਹਾਂ ਆਪਦੇ ਆਪ ਨੂੰ, ਤੇ ਆਪਾਂ ਜਿਵੇਂ ਤੁਸੀਂ ਦੱਸਿਆ ਵੀ ਆਪਾਂ ਬਿਲਕੁਲ ਉਹਨੂੰ ਹੀਲ ਨਹੀਂ ਕਰਦੇ, ਆਪਾਂ ਜਿਵੇਂ ਅੰਡਰ ਦਾ ਰੱਗ ਕਰ ਦਿੰਦੇ ਹਾਂ, ਤੇ ਉਹ ਲੇਟਰ ਔਨ ਲਾਈਫ ਦੇ ਵਿੱਚ ਜਾ ਕੇ ਇਟ ਕਮਸ ਆਊਟ ਇਨ ਡਿਫਰੈਂਟ ਵੇਜ਼। ਸੋ ਆਈ ਥਿੰਕ ਉਹ ਬਹੁਤ ਇੰਪੋਰਟੈਂਟ ਆ ਜਿਹੜੀ ਆਪਾਂ ਲੋਸ ਦੀ ਜਰਨੀ ਆ, ਇਹਨੂੰ ਆਪਾਂ ਚੰਗੀ ਤਰ੍ਹਾਂ ਅੰਡਰਸਟੈਂਡ ਕਰੀਏ, ਆਪਾਂ ਆਪਣੇ ਲਈ ਵੀ ਕਰੀਏ ਤੇ ਆਪਣੇ ਆਲੇ ਦੁਆਲੇ ਲਈ ਵੀ ਕਰੀਏ, ਤਾਂ ਕਿ ਕਿਉਂਕਿ ਆਪਾਂ ਐਜ਼ ਏ ਕਮਿਊਨਿਟੀ ਇੱਕ ਬਹੁਤ ਸਪੋਰਟ ਸਿਸਟਮ ਹੁੰਦੇ ਹਾਂ, ਭੈਣ ਭਰਾਵਾਂ ਦਾ, ਰਿਲੇਟਿਵਸ ਦਾ, ਰਿਸ਼ਤੇਦਾਰਾਂ ਦਾ, ਵੀ ਆਪਾਂ ਸਮਝ ਸਕੀਏ ਆਪਾਂ ਸਪੋਰਟ ਕਿਵੇਂ ਕਰਨਾ ਇੱਕ ਦੂਸਰੇ ਨੂੰ। ਸੋ ਆਈ ਥਿੰਕ ਇਹ ਬਹੁਤ ਇੰਪੋਰਟੈਂਟ ਆ ਵੀ ਜਿਹੜਾ ਅੱਜ ਆਪਣਾ ਟੌਪਿਕ ਆ ਵੀ ਗਰੀਫ ਦਾ। ਬੰਦਾ ਮੈਂ ਕਿਸੇ ਦੀ ਐਗਜ਼ਾਮਪਲ ਦਿੰਦੀ ਹਾਂ, ਮੈਨੂੰ ਕੱਲ੍ਹ ਪਰਸੋਂ ਹੀ ਕਿਸੇ ਨੇ ਕਿਹਾ ਵੀ ਮੇਰੇ ਫੈਮਿਲੀ ਦੇ ਵਿੱਚ ਮੇਰੀ ਵਾਈਫ ਦੇ ਡੈਡ ਦੀ ਡੈਥ ਹੋ ਗਈ, ਪਰ ਹੁਣ 3 ਸਾਲ ਹੋ ਗਏ, ਉਹ ਸਟਿਲ ਵੀ ਹਜੇ ਕਹਿੰਦਾ ਕਰੀ ਜਾਂਦੀ ਆ ਵੀ ਆਈ ਡੋਂਟ ਨੋ ਵੀ ਹੁਣ 3 ਸਾਲ ਹੋ ਗਏ। ਲਾਈਕ ਸਮਟਾਈਮਸ ਆਈ ਥਿੰਕ ਆਪਾਂ ਨੂੰ ਲੱਗਦਾ ਵੀ ਇਹ ਨੋਰਮਲ ਹੋਣਾ ਚਾਹੀਦਾ, ਵੀ ਹੁਣ ਓਵਰ ਹੋ ਜਾਣਾ ਚਾਹੀਦਾ, ਦੈਟਸ ਨੋਰਮਲ ਪਾਰਟ ਆਫ ਲਾਈਫ, ਜਾਂ ਪੇਰੈਂਟਸ ਚਲੇ ਜਾਂਦੇ ਆ, ਪਰ ਆਈ ਥਿੰਕ ਐਵਰੀਬਡੀ ਡੀਲਸ ਇਨ ਅ ਡਿਫਰੈਂਟ ਵੇ। ਸੋ ਆਈ ਥਿੰਕ ਉਹ ਇੰਪੋਰਟੈਂਟ ਆ ਵੀ ਆਪਾਂ ਨੂੰ ਅੰਡਰਸਟੈਂਡ ਕਰਨਾ। ਇਹ ਗ੍ਰੀਫ ਐਂਡ ਲਾਸ ਜੇ ਤੁਸੀਂ ਸਮਝਾਉਣਾ ਹੋਵੇ, ਹਾਂਜੀ, ਹਰ ਇੱਕ ਪਰਸਨ ਇੰਡੀਵਿਜੂਅਲ ਡਿਫਰੈਂਟ ਹੈ, ਤੇ ਉਹਨਾਂ ਦਾ ਉਸ ਨੂੰ ਅਬਜ਼ੋਰਬ ਕਰਨਾ, ਪ੍ਰੋਸੈਸ ਕਰਨਾ, ਫਿਰ ਉਤੋਂ ਉਭਰਨਾ, ਉਹਨਾਂ ਦਾ ਟਾਈਮ ਫਰੇਮ ਵੱਖਰਾ ਹੋ ਸਕਦਾ ਹੈ ਹਰੇਕ ਦਾ। ਕੋਈ ਇਹਦੀ ਸਟ੍ਰਿਕਟ ਟਾਈਮ ਲਾਈਨ ਨਹੀਂ ਹੈਗੀ ਕਿਸੇ ਦੀ ਗਰੀਫ ਜਾਂ ਲਾਸ ਨੂੰ। ਤੁਸੀਂ ਇਹ ਨਹੀਂ ਹੈਗੀ ਵੀ 2 ਮਹੀਨਿਆਂ 'ਚ, 6 ਮਹੀਨਿਆਂ 'ਚ, ਜਾਂ ਵੱਡਾ ਲਾਸ ਆ ਜਾਂ ਛੋਟਾ, ਹਰੇਕ ਦੀ ਜਰਨੀ ਆਪਦੀ ਆ। ਸੋ ਉਸ ਜਰਨੀ ਦੇ ਥਰੂ ਤੁਸੀਂ ਕਿਵੇਂ ਜਾਂਦੇ ਹੋ, ਤੇ ਕਿੱਦਾਂ ਦਾ ਤੁਹਾਡੇ ਕੋਲ ਸਪੋਰਟ ਸਿਸਟਮ ਹੈਗਾ ਵਾ, ਕਿੱਦਾਂ ਦੀ ਤੁਸੀਂ ਹੈਲਪ ਲੈ ਸਕਦੇ ਹੋ, ਕਿੱਦਾਂ ਤੁਸੀਂ ਆਪਣੇ ਆਪ ਨੂੰ ਇਹ 'ਚੋਂ ਉਭਾਰ ਸਕਦੇ ਹੋ। ਤੇ ਕਿਉਂਕਿ ਲਾਸ ਤਾਂ ਹਮੇਸ਼ਾ ਰਹਿਣਾ ਹੀ ਹੈ, ਜਿਵੇਂ ਤੁਸੀਂ ਦੱਸਿਆ ਖਲਾਅ ਪੈ ਗਿਆ, ਉਹ ਹਮੇਸ਼ਾ ਰਹਿਣਾ, ਪਰ ਹਾਊ ਡੂ ਵੀ ਮੂਵ ਫਾਰਵਰਡ, ਉਹਦੇ ਨਾਲ ਆਪਾਂ ਅਗਾਂਹ ਕਿਵੇਂ ਲਾਈਫ ਨੂੰ ਨੋਰਮਲ ਲਾਈਫ ਲਿਵ ਕਿਵੇਂ ਕਰਨੀ ਆ ਉਸ ਲਾਸ ਦੇ ਨਾਲ, ਜਾਂ ਚੰਗੀਆਂ ਮੈਮਰੀਜ਼ ਦੇ ਨਾਲ, ਜੇ ਆਪਾਂ ਕਿਸੇ ਨੂੰ ਲੂਜ਼ ਕੀਤਾ ਉਹਦੀਆਂ ਚੰਗੀਆਂ ਯਾਦਾਂ ਦੇ ਨਾਲ, ਜਾਂ ਕੁਛ ਉੱਦਾਂ ਦੇ ਆਪਾਂ ਅਗਾਂਹ ਜਾ ਕੇ ਗੱਲ ਕਰਦੇ ਹਾਂ ਵੀ ਕਿੱਦਾਂ ਆਪਾਂ ਉਹਨਾਂ ਨੂੰ ਕਰਨਾ ਵਾ। ਸੋ ਆਈ ਥਿੰਕ ਲਾਸ ਉਹੀ ਆਪਾਂ ਕਹਿ ਸਕਦੇ ਹਾਂ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਸੈਡਨੈਸ ਫੀਲ ਹੁੰਦੀ ਆ, ਜਦੋਂ ਕੋਈ ਲਵਡ ਵਨ ਦੀ ਡੈਥ ਹੁੰਦੀ ਆ, ਜਾਂ ਤੁਹਾਨੂੰ ਇੱਕਦਮ ਸ਼ੌਕ ਲੱਗਦਾ। ਕਈ ਵਾਰੀ ਅਨਐਕਸਪੈਕਟਡ ਡੈਥ, ਐਕਸੀਡੈਂਟ, ਜਾਂ ਕਿਸੇ ਟਰਮੀਨਲ ਇਲਨੈਸ ਕਰਕੇ ਅਚਾਨਕ ਹੋ ਜਾਂਦੀ ਆ, ਉਹ ਇੱਕ ਬਹੁਤ ਵੱਡਾ ਸ਼ੌਕ ਹੁੰਦਾ। ਉਹਦੇ ਲਈ ਆਪਾਂ ਨੂੰ ਆਈ ਥਿੰਕ ਕਈ ਵਾਰੀ ਉਹ ਵਧੀਆ ਵੀ ਹੁੰਦਾ, ਕਿਉਂਕਿ ਤੁਸੀਂ ਨਮ ਹੋ ਜਾਂਦੇ ਹੋ, ਉਹ ਤੁਸੀਂ ਪ੍ਰੋਸੈਸ ਨਹੀਂ ਕਰ ਪਾਉਂਦੇ। ਜਦੋਂ ਕਿਤੇ ਟਰਮੀਨਲ ਇਲਨੈਸ ਆ, ਕੋਈ ਜ਼ਿਆਦਾ ਲੰਬਾ ਟਾਈਮ ਸਿੱਕ ਆ, ਹੌਸਪਿਟਲ ਆ, ਦੈਨ ਯੂ ਕਾਈਂਡ ਆਫ ਪ੍ਰੀਪੇਅਰ ਯੂਰਸੈਲਫ ਕਿ ਆਪਾਂ ਨੂੰ ਪਤਾ ਹੁੰਦਾ ਥੋੜਾ। ਸੋ ਆਈ ਥਿੰਕ ਇਹ ਡਿਫਰੈਂਟ ਸਾਰੇ ਸਿਨੈਰੀਓ ਨੇ, ਹਰੇਕ ਲਈ ਡਿਫਰੈਂਟ ਆ ਵੀ ਘਰ ਦੇ 4-5 ਮੈਂਬਰ ਆ, ਫੈਮਿਲੀ ਮੈਂਬਰ, ਉਹਨਾਂ ਦੀ ਗਰੀਵਿੰਗ ਪ੍ਰੋਸੈਸ ਵੀ ਬਿਲਕੁਲ ਡਿਫਰੈਂਟ ਆ। ਸਹੀ ਗੱਲ ਆ। ਕੋਈ ਕਹਿੰਦੇ ਆ ਕਿ ਉਸ ਵੇਲੇ ਜਦੋਂ ਉਹਨਾਂ ਦੇ ਡੈਡੀ ਜੀ ਦੀ ਮੌਤ ਹੋਈ, ਬਹੁਤ ਦੁੱਖ ਲੱਗਿਆ, ਸਾਲ ਲੱਗ ਗਿਆ, ਪਰ ਮੇਰੀ ਭੈਣ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਹੈ, ਹਾਲੇ ਤੱਕ ਵੀ ਆਪਣੇ ਖਿਆਲ ਨਹੀਂ ਰੱਖ ਪਾ ਰਹੇ, ਔਰ ਉਹੀ ਸੈਡਨੈਸ, ਉਦਾਸੀ ਦੇ ਵਿੱਚ ਬੈਠੇ ਰਹਿੰਦੇ ਆ। ਬਿਲਕੁਲ। ਤੇ ਇਹ ਵੀ ਹੈ ਕਿ ਜਿਨ੍ਹਾਂ ਨੂੰ ਸਾਲ ਲੱਗਿਆ ਹੋਵੇ, ਉਹਨੂੰ 10 ਸਾਲਾਂ ਬਾਅਦ ਮੁੜ ਕੇ ਉਸ ਚੀਜ਼ ਤੋਂ ਫਿਰ ਦੁੱਖ ਜਿਹੜਾ ਝੇਲਣਾ ਪਵੇ। ਕਈ ਵਾਰੀ ਨਹੀਂ ਪਤਾ ਬਾਡੀ ਐਂਡ ਮਾਈਂਡ, ਬ੍ਰੇਨ ਕਿਵੇਂ ਕੰਮ ਕਰਦਾ। ਹਾਂਜੀ, ਬਿਲਕੁਲ। ਹਾਂਜੀ, ਇਹ ਜਿਹੜੀ ਇਹ ਹੈਗੀ ਆ, ਕਈ ਵਾਰੀ ਸਰਕਮਸਟੈਂਸਿਸ ਵੀ ਬਹੁਤ ਹੋ ਜਾਂਦੇ ਆ ਚੇਂਜ। ਕਈ ਵਾਰੀ ਏਜ ਦੇ ਹਿਸਾਬ ਦੇ ਨਾਲ ਤੁਸੀਂ once you kind of hit 50-60 then you go back to your parents, your siblings, ਤੇ ਉਦੋਂ ਤੁਸੀਂ ਉਹਨਾਂ ਨੂੰ ਯਾਦ ਕਰਨ ਲੱਗ ਜਾਂਦੇ ਹੋ, ਕਿਉਂਕਿ ਟਾਈਮ, ਲਾਈਫ ਦਾ ਟਾਈਮ ਫਰੇਮ, ਜਦੋਂ ਆਪਾਂ ਬੱਚਿਆਂ 'ਚ ਬਿਜ਼ੀ ਹੁੰਦੇ ਆ ਜਾਂ ਹੁੰਦੇ, ਕਈ ਵਾਰੀ ਉਦੋਂ ਯਾਦ ਨਹੀਂ ਆਉਂਦੀ। ਲਾਈਕ ਮੇਰੀ ਮਮ ਦੀ ਡੈਥ, ਮੇਰਾ ਬੇਟਾ 19 years ਹੋ ਗਿਆ, I was only 30 years old that time. ਸੋ ਦੈਨ ਇਟਸ ਰੀਅਲੀ ਹਾਰਡ ਫॉर ਮੀ। ਉਦੋਂ ਮੈਨੂੰ ਬਿਜ਼ੀ ਸੀ ਮੈਂ ਬਹੁਤ, ਪਰ ਉਦੋਂ ਮੈਂ ਆਪਦੇ ਬੱਚਿਆਂ 'ਚ ਬਿਜ਼ੀ ਹੋ ਗਈ। ਹੁਣ ਉਹ ਗ੍ਰੀਵਿੰਗ ਪ੍ਰੋਸੈਸ ਦੇ ਥਰੂ ਆਈ ਸਟਿਲ ਗੋ ਥਰੂ ਇਟ, ਰਾਈਟ, ਬਟ ਆਈ ਕਾਈਂਡ ਆਫ ਨੋ ਕਿ ਮੈਨੂੰ ਕੀ ਚਾਹੀਦਾ। ਮੈਂ ਰਿਮੈਂਬਰ ਕਰਦੀ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਜੋ ਵੀ ਆ, ਪਰ ਡੈਫੀਨੇਟਲੀ ਯੂ ਕੈਨ ਗੋ ਬੈਕ ਐਨੀ ਟਾਈਮ, ਪਰ ਉਹ ਇੰਨਾ ਇੰਟੈਂਸ ਨਹੀਂ ਹੁੰਦਾ ਜੇ ਤੁਸੀਂ ਪ੍ਰੋਪਰਲੀ ਹੀਲ ਕਰਦੇ ਹੋ। ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿ ਆਪਣੇ ਆਪ ਨੂੰ ਅਲਾਓ ਵੀ ਕਰਨਾ ਤਾਂ ਜ਼ਰੂਰੀ ਆ। ਉਹ ਇਮੋਸ਼ਨਸ ਦੇ ਗੋ ਥਰੂ ਹੋ ਰਹੇ ਆ ਜੇ, ਬਿਲਕੁਲ ਆਪਣੇ ਬਹੁਤ ਜ਼ਰੂਰੀ ਹੈ, ਬਹੁਤ ਹੀ ਜ਼ਰੂਰੀ ਆ। ਕਦੇ ਵੀ ਆਪਦੇ ਇਮੋਸ਼ਨਸ ਜਿੱਦਾਂ ਦਾ ਵੀ ਤੁਸੀਂ ਫੀਲ ਕਰਦੇ ਹੋ, ਤੁਹਾਨੂੰ ਯੂਜੂਅਲੀ ਕੀ ਹੁੰਦਾ, ਪਹਿਲਾਂ ਜਦੋਂ ਇੱਦਾਂ ਦਾ ਕੋਈ ਵੀ ਲਾਸ ਹੁੰਦਾ, ਚਾਹੇ ਸਿਗਨੀਫੀਕੈਂਟ ਤੁਹਾਡਾ ਕੋਈ ਅਦਰ ਆ, ਫੈਮਿਲੀ ਮੈਂਬਰ, ਹਸਬੈਂਡ ਆ, ਜੋ ਵੀ ਹੈ,
ਜਾਂ ਕਿੱਦਾਂ ਹੋਰ ਤਰ੍ਹਾਂ ਦਾ ਵੀ ਲੋਸ ਆ, ਤੁਹਾਨੂੰ ਪਹਿਲਾਂ ਤਾਂ ਕਈ ਵਾਰੀ ਸ਼ੌਕ ਵੀ ਹੁੰਦਾ, ਗੁੱਸਾ ਵੀ ਬਹੁਤ ਚੜ੍ਹਦਾ, ਤੁਹਾਨੂੰ ਖਿਝ ਵੀ ਬਹੁਤ ਚੜ੍ਹਦੀ ਆ। ਜਿਵੇਂ ਤੁਸੀਂ ਦੱਸਿਆ ਵੀ ਕਈ ਵਾਰੀ ਆਪ ਵੀ ਗਿਲਟੀ ਫੀਲ ਕਰਦੇ ਹੋ ਤੁਸੀਂ ਵੀ ਇਉਂ ਨਹੀਂ ਇਉਂ ਕਰ ਲੈਣਾ ਸੀ, ਜਾਂ ਆਪਾਂ ਕਈ ਵਾਰੀ ਉਹ ਨਹੀਂ ਆਪਾਂ ਹੁੰਦਾ ਜੇ ਇਉਂ ਹੁੰਦਾ ਆਪਾਂ ਉਸ ਕਾਈਂਡ ਆਫ ਟਾਈਮ ਦੇ ਥਰੂ ਜਾਂਦੇ। ਓਕੇ ਟੂ ਫੀਲ ਨੋਰਮਲ, ਇਟਸ ਓਕੇ ਟੂ ਨਾਟ ਟੂ ਬੀ ਜੱਜ। ਜੇ ਤੁਸੀਂ ਵੀ ਅਰਾਊਂਡ ਕਿਸੇ ਦੇ ਹੈਗੇ ਹੋ, ਉਹ ਫੀਲਿੰਗਸ ਆਉਣੀਆਂ ਤੇ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਆ। ਕਿਸੇ ਨਾਲ ਤੁਸੀਂ ਜਿਹਦੇ ਨਾਲ ਵੀ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ, ਜਿਹਦੇ ਨਾਲ ਵੀ, ਚਾਹੇ ਤੁਹਾਡਾ ਫਰੈਂਡ ਆ, ਕੋਈ ਫੈਮਿਲੀ ਮੈਂਬਰ ਆ, ਬੱਚਾ, ਪੇਰੈਂਟ ਆ, ਉਹਦੇ ਨਾਲ ਤੁਸੀਂ ਆਪਦੀਆਂ ਜਿਹੜੀਆਂ ਫੀਲਿੰਗਸ ਉਹ ਇੰਪੋਰਟੈਂਟ ਆ ਦੱਸਣੀਆਂ ਤੇ ਸ਼ੇਅਰ ਕਰਨੀਆਂ। ਬੀਇੰਗ ਵਲਨਰੇਬਲ ਕਿ ਮੈਨੂੰ ਇੱਦਾਂ ਦਾ ਮਹਿਸੂਸ ਹੁੰਦਾ ਵੀ ਮੈਂ ਕੀ ਕਰ ਸਕਦੀ ਹਾਂ ਜਾਂ ਮੈਂ ਕੀ ਕਰ ਸਕਦਾ, ਕੀ ਹੈਲਪ ਲੈ ਸਕਦੀ। ਦਿਸ ਇਜ਼ ਸੋ ਟਰੂ। ਐਂਡ ਐਟ ਟਾਈਮਸ ਸਪੈਸ਼ਲੀ ਜਦੋਂ ਅਰਾਊਂਡ ਦ ਲੋਸ ਹੋਵੇ, ਉਸ ਵੇਲੇ ਨਾ ਆਪਣੇ ਆਪ ਨੂੰ ਸਟਰੋਂਗ, ਬਿਲਕੁਲ, ਤੇ ਫਿਰ ਉਸਦੇ ਕੁਝ ਸਾਲਾਂ ਬਾਅਦ ਵੀ ਇਹੀ ਪਰਸਨੈਲਿਟੀ ਰੱਖਣਾ ਕਿ ਆਈ ਐਮ ਸਟਰੋਂਗ ਇਨਫ ਟੂ ਹੈਂਡਲ ਐਵਰੀਥਿੰਗ, ਸਭ ਠੀਕ ਚੱਲ ਰਿਹਾ ਹੈ। ਉਹਨਾਂ ਨੂੰ ਵੀ ਤਾਂ ਟਾਈਮ ਆਉਂਦਾ ਹੋਊਗਾ ਨਾ ਜਦੋਂ ਕਮਰੇ ਦੇ ਕੋਨੇ 'ਚ ਬਹਿ ਕੇ ਰੋਂਦੇ ਹੋਣਗੇ ਉਹ। ਬਿਲਕੁਲ, ਕਿਉਂਕਿ ਆਪਾਂ ਨਾ ਸੁਸਾਇਟੀ ਦੇ ਵਿੱਚ ਆਪਾਂ ਨੂੰ ਸਿਖਾਇਆ ਹੀ ਜਾਂਦਾ, ਜਾਨੀ ਸਪੈਸ਼ਲੀ ਆਪਣੇ ਕਲਚਰ 'ਚ ਵੀ ਬੀ ਸਟਰੋਂਗ, ਆਪਾਂ ਸਟਰੋਂਗ ਬਣਨਾ, ਸਟਰੋਂਗ ਆ। ਉਹ ਆਪਾਂ ਇੱਕ ਅਪ ਫਰੰਟ ਮਾਸਕ ਪਾ ਲੈਂਦੇ ਹਾਂ ਸਟਰੋਂਗ ਹੋਣ ਦਾ। ਸਾਰੇ ਹਿਊਮਨ ਬੀਇੰਗਸ ਆ, ਸਾਰਿਆਂ ਕੋਲ ਇਮੋਸ਼ਨ ਆ, ਚਾਹੇ ਇਕੱਲੇ ਮੇਲ ਵੀ ਆਪਾਂ ਕਈ ਵਾਰੀ ਕਹਿ ਦਿੰਦੇ ਉਹ ਆਪਦੇ ਐਕਸਪ੍ਰੈਸ ਨਹੀਂ ਕਰ ਸਕਦੇ ਇਮੋਸ਼ਨਸ, ਪਰ ਉਹ ਸਟਿਲ ਉਹਨਾਂ ਕੋਲੇ ਵੀ ਇਮੋਸ਼ਨਸ ਹੁੰਦੇ ਆ। ਸੋ ਉਹ ਜਿਹੜਾ ਮਾਸਕ ਪਾਉਣਾ ਉਹ ਜ਼ਰੂਰੀ ਨਹੀਂ ਹੈਗਾ। ਸਮਟਾਈਮਸ ਇਨ ਦੀਜ਼ ਥਰੂ ਪ੍ਰੋਸੈਸ ਆਈ ਥਿੰਕ ਇਟਸ ਇੰਪੋਰਟੈਂਟ ਕਿ ਤੁਸੀਂ ਕਈ ਵਾਰੀ ਤੁਹਾਨੂੰ ਲੱਗਦਾ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਮੰਗਦੇ, ਯੂ ਨੀਡ ਯੂਰ ਓਨ ਟਾਈਮ ਟੂ ਗ੍ਰੀਵ, ਰਾਈਟ? ਸੋ ਵਿਚ ਇਜ਼ ਟੋਟਲੀ ਫਾਈਨ ਟੂ। ਵਟਐਵਰ ਯੂ ਫੀਲ ਲਾਈਕ ਪੀਪਲ ਸ਼ੁੱਡ ਰਿਸਪੈਕਟ ਇਟ। ਤੁਹਾਡੇ ਫੈਮਿਲੀ ਮੈਂਬਰਸ, ਤੁਹਾਡੇ ਰਿਲੇਟਿਵਸ, ਸਪੈਸ਼ਲੀ ਆਪਣੀ ਕਲਚਰ ਦੇ ਸਾਊਥ ਏਸ਼ੀਅਨ ਦੀ ਮੈਂ ਗੱਲ ਕਰਾਂ, ਆਪਣੇ ਕੋਲ ਬਹੁਤ ਹਿਊਜ ਸਪੋਰਟ ਸਿਸਟਮ ਹੁੰਦਾ, ਕਿਉਂਕਿ ਵੈਸਟਰਨ ਕਲਚਰ ਦੇ ਕੰਪੇਰੇਬਲ ਜੇ ਡੈਥ ਹੁੰਦੀ ਹੈ ਤਾਂ ਮੋਸਟਲੀ ਤੁਸੀਂ ਕੋਈ ਹੋਈ ਹੈ ਜਿਹੜਾ ਉਹਨਾਂ ਦੇ ਘਰੇ ਜਾਂਦਾ ਅਨਲੈਸ ਦੇ ਹੈਵ ਸਰਵਿਸ। ਆਪਣੀ ਕਲਚਰ ਦੇ ਵਿੱਚ ਆਪਾਂ 8-10 ਦਿਨ ਫੂਡ ਵੀ ਆਉਂਦਾ, ਫੈਮਿਲੀ ਮੈਂਬਰਸ ਵੀ ਆਉਂਦੇ ਆ, ਬਟ ਦੈਟ ਕੈਨ ਬੀ ਆਲਸੋ ਓਵਰਵੈਲਮਿੰਗ ਫॉर ਦ ਫੈਮਿਲੀ। ਕਈ ਵਾਰੀ ਉਹਨਾਂ ਨੂੰ ਆਪਣੇ ਨਾਲ ਬੈਠ ਕੇ ਗਰੀਵ ਕਰਨ ਦਾ ਉਹਨਾਂ 8-10 ਦਿਨਾਂ ਦੇ ਵਿੱਚ ਸਪੋਰਟ ਵੀ ਬਹੁਤ ਹੁੰਦੀ ਹੈ, ਪਰ ਕਈ ਵਾਰੀ ਟਾਈਮ ਨਹੀਂ ਹੁੰਦਾ। ਸੋ ਆਈ ਥਿੰਕ ਫੈਮਿਲੀ ਨੂੰ ਸੈਂਸ ਕਰਕੇ, ਰਿਸ਼ਤੇਦਾਰਾਂ ਨੂੰ ਸੈਂਸ ਕਰਕੇ, ਕਈ ਵਾਰੀ ਉਹ ਫੈਮਿਲੀ ਨੂੰ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ। ਦੁੱਖ ਤੇ ਸੋਗ ਅਸੀਂ ਜਦੋਂ ਇਸ 'ਚੋਂ ਗੁਜ਼ਰ ਰਹੇ ਹੁੰਦੇ ਆ ਤਾਂ ਮਨ ਦੇ ਹਾਲਾਤ ਜਿਹੜੇ ਆ ਬਹੁਤ ਤਰ੍ਹਾਂ ਨਾਲ ਸੋਚ ਰੱਖਦੇ ਨੇ। ਜੇ ਗ੍ਰੀਫ ਐਂਡ ਲਾਸ ਨੂੰ ਐਜ਼ ਐਨ ਐਕਸਪਰਟ ਤੁਸੀਂ ਦੱਸਣਾ ਹੋਵੇ, ਇਹਦੀਆਂ ਸਟੇਜਸ ਵੀ ਹੁੰਦੀਆਂ? ਹਾਂਜੀ, ਇਹਦੀਆਂ ਯੂਜੂਅਲੀ 5 ਸਟੇਜਸ ਨੇ। ਜਦੋਂ ਜਿਹੜੇ ਆਥਰ ਨੇ ਪਹਿਲਾਂ 5 ਸਟੇਜਸ ਕੀਤੀਆਂ ਸੀ, ਉਹਨਾਂ ਨੇ ਟਰਮੀਨਲ ਇਲ ਜਿਹੜੇ ਪੇਸ਼ੈਂਟ ਸੀ ਉਹਨਾਂ ਦੇ ਬੇਸ 'ਤੇ ਉਹ ਕੀਤੀਆਂ ਸੀ, ਅਤੇ ਬਾਅਦ 'ਚ ਉਹਨਾਂ ਨੇ ਕੀਤੀਆਂ ਵੀ ਇਹ ਸਟੇਜਸ ਦੇ ਥਰੂ ਜ਼ਰੂਰੀ ਨਹੀਂ ਵੀ ਸਾਰੇ ਲੋਕ ਜਾਂਦੇ ਆ, ਕੋਈ ਇੱਕ ਸਟੇਜ ਦੇ ਥਰੂ ਜਾਂਦਾ, ਡਿਪੈਂਡ ਕਰਦਾ ਕਿੱਦਾਂ ਦਾ ਲੋਸ ਆ, ਕਿਹੜੇ ਸਰਕਮਸਟਾਂਸਿਸ ਦੇ ਵਿੱਚ ਆ। ਸੋ ਪਹਿਲੀ ਸਟੇਜ ਹੈਗੀ ਆ ਡਿਨਾਇਲ ਦੀ, ਜਦੋਂ ਆਪਣਾ ਮਨ ਆਪਾਂ ਮੰਨਦੇ ਨਹੀਂ ਵੀ ਇਹ ਸਾਡੇ ਨਾਲ ਹੋ ਸਕਦਾ, ਇਹ ਕਾਹਤੋਂ ਹੋਇਆ, ਕਿ ਜਿਵੇਂ ਆਪਾਂ ਨਹੀਂ ਮੰਨ ਸਕਦੇ, ਆਪਾਂ ਨੂੰ ਲੱਗਦਾ ਅਸੀਂ ਨਹੀਂ ਹੋ ਸਕਦੇ, ਹੋ ਸਕਦਾ ਇਹ ਸੁਪਨਾ ਹੋਵੇ, ਅਸੀਂ ਉੱਠੀਏ ਤੇ ਸੁਪਨਾ ਹੋਵੇ, ਸਾਨੂੰ ਕੋਈ ਨਿਊਜ਼ ਆ ਜਾਏ ਵੀ ਨਹੀਂ ਸਾਰਾ ਕੁਝ ਠੀਕ ਆ, ਰਾਈਟ, ਹੈ ਨਾ? ਆਪਾਂ ਬਹੁਤ ਉਸ ਡਿਨਾਇਲ ਦੇ ਵਿੱਚ ਰਹਿੰਦੇ ਹਾਂ, ਫੇਸ ਦੇ ਵਿੱਚ ਵੀ ਆਪਾਂ ਨੂੰ ਐਕਸੈਪਟ ਕਰਨਾ ਔਖਾ ਹੋ ਜਾਂਦਾ। ਫਿਰ ਜਦੋਂ ਆਪਾਂ ਨੂੰ ਹਿੱਟ ਕਰ ਜਾਂਦਾ ਵੀ ਨਹੀਂ ਇਹ ਹੋ ਗਈ ਚੀਜ਼, ਫਿਰ ਆਪਾਂ ਨੂੰ ਗੁੱਸਾ ਵੀ ਚੜ੍ਹਦਾ। ਸੈਕਿੰਡ ਸਟੇਜ ਐਂਗਰ ਦੀ ਹੁੰਦੀ ਹੈ, ਜਦੋਂ ਆਪਾਂ ਨੂੰ ਗੁੱਸਾ ਚੜ੍ਹਦਾ ਵੀ ਇਹ ਮੇਰੇ ਨਾਲ ਕਿਉਂ ਹੋਇਆ, ਸਾਡੇ ਨਾਲ ਕਿਉਂ ਹੋਇਆ, ਅਸੀਂ ਕੀ ਮਾੜਾ ਕੀਤਾ ਸੀ। ਕਈ ਵਾਰੀ ਆਪਾਂ ਨੂੰ ਪਰਮਾਤਮਾ ਤੇ ਵੀ ਗੁੱਸਾ ਚੜ੍ਹਦਾ, ਆਪਦੇ ਆਪ ਤੇ ਵੀ। ਕਈ ਵਾਰੀ ਤੁਸੀਂ ਆਪਦੇ ਆਪ ਨੂੰ ਬਲੇਮ ਕਰਨ ਲੱਗ ਜਾਂਦੇ ਹੋ ਵੀ ਜੇ ਮੈਂ ਆਹ ਕੀਤਾ ਹੁੰਦਾ ਜਾਂ ਇਉਂ ਹੁੰਦਾ, ਜੇ ਕਿਸੇ ਦਾ ਐਕਸੀਡੈਂਟ ਹੋਇਆ ਬੰਦਾ ਉਹਨੂੰ ਮੈਂ ਰਾਈਡ ਦੇ ਦਿੰਦਾ। ਬਹੁਤ ਚੀਜ਼ਾਂ ਸਰਕਮਸਟਾਂਸਿਸ ਦੇ ਵਿੱਚ ਤੁਸੀਂ ਜੇ ਤੇ ਆ ਜਾਂਦੇ ਹੋ ਵੀ ਇਉਂ ਨਹੀਂ ਇਉਂ ਹੁੰਦਾ, ਆਪਦੇ ਆਪ ਨੂੰ ਗਿਲਟੀ ਫੀਲ ਕਰਦੇ ਹੋ, ਗੁੱਸਾ ਚੜ੍ਹਦਾ। ਦੂਸਰਿਆਂ ਲਈ ਵੀ ਕਈ ਵਾਰੀ ਤੁਹਾਨੂੰ ਗੁੱਸਾ ਚੜ੍ਹਦਾ ਵੀ ਉਹਨੇ ਇਉਂ ਕਰ ਲੈਣਾ ਸੀ, ਕਈ ਵਾਰੀ ਫੈਮਿਲੀ ਮੈਂਬਰਸ ਤੇ ਜਾਂ ਜੋ ਵੀ ਆ। ਸੋ ਸੈਕਿੰਡ ਸਟੇਜ ਗੁੱਸੇ ਦੀ ਆ ਜਾਂਦੀ ਹੈ, ਅਤੇ ਫਿਰ ਤੀਜੀ ਸਟੇਜ ਜਦੋਂ ਆਉਂਦੀ ਹੈ ਆਪਣੀ ਬਾਰਗਨਿੰਗ ਦੀ ਆ ਜਾਂਦੀ ਹੈ। ਕਈ ਵਾਰੀ ਬਾਰਗਨਿੰਗ ਇਨ ਏ ਸੈਂਸ ਵੀ ਕਈ ਵਾਰੀ ਉਸੇ ਇੱਕ ਪੜਾਅ ਦੇ ਵਿੱਚ ਹੀ ਡਿਪੈਂਡ ਕਰਦਾ। ਜੇ ਤੁਹਾਨੂੰ ਪਤਾ ਵੀ ਕੋਈ ਟਰਮੀਨਲ ਇਲਨੈਸ ਦੇ ਨਾਲ ਆ, ਤੁਹਾਡੇ ਪ੍ਰੋਗਨੋਸਿਸ ਨਹੀਂ ਠੀਕ ਹੈਗਾ, ਵੀ ਤੁਹਾਨੂੰ ਪਤਾ ਵੀ ਨਹੀਂ ਉਹ ਬੰਦਾ ਨਹੀਂ ਸਰਵਾਈਵ ਕਰ ਸਕਦਾ, ਮੇ ਬੀ ਦੇ ਹੈਵ ਸਮ ਟਾਈਮ, ਫਿਰ ਆਪਾਂ ਪ੍ਰਮਾਤਮਾ ਕੋਲੇ ਜਾ ਕੇ ਆਪਾਂ ਕਹਿੰਦੇ ਹਾਂ ਵੀ ਬਾਰਗਨਿੰਗ ਕਰਦੇ ਹਾਂ ਵੀ ਪ੍ਰਮਾਤਮਾ ਸਾਨੂੰ ਆਹ ਕਰਦੇ, ਠੀਕ ਕਰਦੇ, ਆਹ ਮੈਂ ਕਰੂੰ, ਪਾਠ ਕਰਾਊਂ, ਮੰਦਰ 'ਚ ਜਾਊਂ, ਇੰਨੇ ਪੁੰਨਦਾਨ ਕਰੂੰ, ਇੰਨੀ ਸੇਵਾ ਕਰੂੰ। ਉਹ ਆਪਣਾ ਆਪਾਂ ਜੋ ਵੀ ਥਰਡ ਪਾਵਰ 'ਚ ਤੁਸੀਂ ਬਿਲੀਵ ਕਰਦੇ ਹੋ, ਰਾਈਟ, ਅੱਲਾ ਨਾਲ ਜੋ ਵੀ ਆ, ਤੁਸੀਂ ਉਹ ਬਾਰਗਨਿੰਗ ਸ਼ੁਰੂ ਕਰ ਦਿੰਦੇ ਹੋ। ਸੋ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ ਨੇ, ਫਿਰ ਜਦੋਂ ਤੁਹਾਨੂੰ ਲੱਗਦਾ ਵੀ ਰਿਐਲਿਟੀ ਹੈਗੀ ਹੀ ਆ,
ਫਿਰ ਤੁਸੀਂ ਡਿਪਰੈਸ਼ਨ ਦੇ ਵਿੱਚ ਥੋੜ੍ਹਾ ਜਿਹਾ ਜਾਂਦੇ ਹੋ। ਉਹ ਸਿਚੁਏਸ਼ਨਲ ਡਿਪਰੈਸ਼ਨ ਵੀ ਹੋ ਸਕਦਾ, ਪਰ ਉਹ ਲੌਂਗ ਟਰਮ ਵੀ ਬਾਅਦ 'ਚੋਂ ਹੋ ਸਕਦਾ। ਸਿਚੁਏਸ਼ਨਲ ਡਿਪਰੈਸ਼ਨ ਫਿਰ ਉਹ ਸਿਚੁਏਸ਼ਨ ਦੇ ਅਕੋਰਡਿੰਗ ਫਿਰ ਤੁਸੀਂ ਬਹੁਤ ਸੈਡ ਫੀਲ ਕਰਦੇ ਹੋ, ਤੁਸੀਂ ਅਪਸੈਟ ਹੁੰਦੇ ਹੋ, ਤੁਹਾਡਾ ਕੁਛ ਕਰਨ ਨੂੰ ਦਿਲ ਨਹੀਂ ਕਰਦਾ, ਕਈ ਵਾਰੀ ਕਿਸੇ ਨਾਲ ਤੁਸੀਂ ਬੋਲਣ ਨੂੰ ਵੀ ਦਿਲ ਨਹੀਂ ਕਰਦਾ ਜਾਂ ਕਿਸੇ ਚੀਜ਼ਾਂ ਨੂੰ ਸ਼ੇਅਰ ਕਰਨ ਨੂੰ ਵੀ ਨਹੀਂ ਮਨ ਕਰਦਾ, ਰਾਈਟ। ਸੋ ਉਹ ਡਿਪਰੈਸ਼ਨ ਸਟੇਜ ਜਿਹੜੀ ਚੌਥੀ ਸਟੇਜ ਹੁੰਦੀ ਆ, ਫਿਰ ਉਹ ਥੋੜ੍ਹਾ ਟਾਈਮ ਜਾਂ ਡਿਪੈਂਡ ਕਰਦਾ, ਕਿਸੇ ਲਈ 2 ਮਹੀਨੇ, ਕਿਸੇ ਲਈ ਮਹੀਨਾ, ਕਿਸੇ ਲਈ ਜ਼ਿਆਦਾ ਲੌਂਗ ਟਰਮ ਵੀ ਚਲੇ ਜਾਂਦੇ ਆ। ਅਤੇ 5th ਸਟੇਜ ਆਉਂਦੀ ਹੈ ਐਕਸੈਪਟੈਂਸ ਦੀ। ਸੋ ਜਦੋਂ ਐਕਸੈਪਟੈਂਸ ਦੀ ਸਟੇਜ ਆਉਂਦੀ ਹੈ, ਫਿਰ ਤੁਸੀਂ ਐਕਸੈਪਟ ਕਰ ਲੈਂਦੇ ਹੋ ਵੀ ਇਹ ਚੀਜ਼ ਹੋ ਗਈ ਆ। ਪਰ ਉਹ ਜ਼ਰੂਰੀ ਨਹੀਂ ਵੀ ਤੁਸੀਂ ਮੂਵ ਔਨ ਹੀ ਹੋ ਜਾਂਦੇ, ਉਹਦੀ ਵੀ ਹਰੇਕ ਦੀ ਆਪਦੀ ਪਰਸਨਲ ਜਰਨੀ ਆ। ਕਈ ਵਾਰੀ ਤੁਹਾਨੂੰ ਨਵੇਂ ਨੋਰਮਲ 'ਚ ਲਿਵ ਕਰਨਾ ਵੀ ਉਸ ਪਰਸਨ ਤੋਂ ਬਿਨਾਂ, ਕਿਉਂਕਿ ਕਈ ਵਾਰੀ ਬਹੁਤ ਤੁਹਾਡੇ ਸੁਪਨੇ ਸਜੋਏ ਹੁੰਦੇ ਆ, ਉਸ ਪਰਸਨ ਨਾਲ ਤੁਸੀਂ ਲਾਈਫ ਗਾਂਹ ਦੇ 10 ਸਾਲ 5 ਸਾਲ 15 ਸਾਲ ਦੀ ਦੇਖੀ ਹੁੰਦੀ ਆ, ਰਾਈਟ। ਜਾਂ ਚਾਹੇ ਉਹ ਤੁਹਾਡੇ ਜੋ ਵੀ ਹੈ, ਬੱਚੇ ਆ, ਪੇਰੈਂਟਸ ਆ, ਤੁਹਾਡਾ ਪਾਰਟਨਰ ਆ। ਸੋ ਉਹ ਫਿਰ ਐਕਸੈਪਟੈਂਸ ਜਦੋਂ ਆ ਜਾਂਦੀ ਆ, ਫਿਰ ਤੁਸੀਂ ਉਹਨੂੰ ਹੌਲੀ ਟਾਈਮ ਦੇ ਨਾਲ ਤੁਸੀਂ ਆਪਦੀ ਨੋਰਮਲ ਰੂਟੀਨ ਦੇ ਵਿੱਚ ਜਾਣਾ, ਬੈਕ ਜਾਂਦੇ ਹੋ ਜਾਂ ਜੋ ਵੀ ਆ। ਸੋ ਅਗੇਨ ਪਰਸਨਲ ਜਰਨੀ, ਕਈ ਛੇਤੀ ਚਲੇ ਜਾਂਦੇ ਆ, ਕਈਆਂ ਨੂੰ ਟਾਈਮ ਲੱਗਦਾ। ਸੋ ਉਹ ਵੀ ਇੱਕ ਬਹੁਤ ਵੱਡੀ ਪ੍ਰੋਸੈਸ ਹੈਗੀ ਆ। ਸੋ ਇਹ 5 ਸਟੇਜਸ ਨੇ ਜਿਹੜੀਆਂ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਅਤੇ ਆਪਦੇ ਆਪ ਨੂੰ ਅਸੈਸ ਕਰਨਾ ਚਾਹੀਦਾ ਇਫ ਐਨੀਬਡੀ ਇਜ਼ ਗੋਇੰਗ ਥਰੂ ਦੈਟ ਐਨੀ ਲੋਸ, ਕਿ ਕਿਹੜੀ ਸਟੇਜ ਦੇ ਵਿੱਚ ਤੁਸੀਂ ਹੈਗੇ ਹੋ। ਪਰ ਜ਼ਰੂਰੀ ਨਹੀਂ ਵੀ ਸਾਰੀਆਂ ਸਟੇਜਾਂ 'ਚੋਂ ਹੀ ਜਾਣ। ਕਈ ਵਾਰੀ ਯੂ ਡਾਇਰੈਕਟਲੀ ਗੋ ਟੂ ਡਿਪਰੈਸ਼ਨ ਸਟੇਜ, ਅਤੇ ਕਈ ਵਾਰੀ ਕੋਈ ਟਰਮੀਨਲ ਇਲਨੈਸ 'ਤੇ ਲੰਬਾ ਟਾਈਮ ਤੁਸੀਂ ਕਿਸੇ ਦੀ ਟੇਕ ਕੇਅਰ ਕੀਤੀ ਆ, ਸਾਲ 2 ਸਾਲ, ਤੁਸੀਂ ਬਰਨ ਆਊਟ ਵੀ ਹੋ ਜਾਂਦੇ ਹੋ। ਕਈ ਵਾਰੀ ਤੁਸੀਂ ਐਕਸੈਪਟ ਕਰ ਲੈਂਦੇ ਹੋ, ਬਿਮਾਰ ਹੁੰਦਾ ਹੌਸਪੀਟਲ ਦੇ ਵਿੱਚ, ਤਕਲੀਫ ਦੇ ਵਿੱਚ ਹੁੰਦਾ, ਕਈ ਵਾਰੀ ਆਪਾਂ ਨੂੰ ਪਤਾ ਹੁੰਦਾ ਵੀ ਇਹ ਨਹੀਂ ਬਚ ਸਕਦਾ, ਫਿਰ ਆਪਾਂ ਆਪ ਹੀ ਕਹਿੰਦੇ ਹਾਂ ਵੀ ਪਰਮਾਤਮਾ ਲੈ ਜੇ, ਤੁਹਾਨੂੰ ਦੇਖੀ ਨਹੀਂ ਜਾਂਦੀ ਤਕਲੀਫ, ਰਾਈਟ। ਇਹ ਨਹੀਂ ਹੈਗਾ ਵੀ ਉਹ ਤੁਸੀਂ ਖੁਸ਼ ਹੋ, ਪਰ ਤੁਸੀਂ ਫॉर दैट ਪਰਸਨ ਯੂ ਡੂ ਇਟ, ਪਰ ਫਿਰ ਵੀ ਗਰੀਵਿੰਗ ਪ੍ਰੋਸੈਸ ਦੇ ਥਰੂ ਤੁਸੀਂ ਜਾਂਦੇ ਹੋ। ਪਰ ਉਹ ਥੋੜ੍ਹਾ ਜਿਹਾ ਐਕਸੈਪਟ ਕਰਨਾ ਵੀ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ ਵੀ ਕਿ ਦੇ ਆਰ ਇਨ ਪੀਸ, ਦੇ ਆਰ ਨਾਟ ਸਫਰਿੰਗ ਐਨੀ ਮੋਰ। ਗੈਟਿੰਗ ਇਨਟੂ ਯੋਰ 40s, ਹਾਂਜੀ, ਉਹ ਕਹਿੰਦੇ ਕਿ ਇਹ ਟਾਈਮ ਇਸ ਲਈ ਵੀ ਔਖਾ ਆ ਜਦੋਂ ਤੁਸੀਂ 40 ਜਾਂ 40s ਦੇ ਵਿੱਚ ਆ ਜਾਂਦੇ, ਦਾਖਲ ਹੋ ਜਾਂਦੇ ਉਮਰ 'ਚ, ਕਿ ਤੁਹਾਡੇ ਮਾਪੇ ਬਿਮਾਰ ਹੋਣ ਲੱਗ ਗਏ, ਤੁਹਾਡੇ ਫਰੈਂਡਸ ਦੇ ਪੇਰੈਂਟਸ ਜਿਹੜੇ ਹੈ ਉਹਨਾਂ ਦਾ ਅਕਾਲ ਚਲਾਣਾ ਹੋ ਰਿਹਾ ਆ, ਤੁਹਾਡੇ ਪੇਰੈਂਟਸ ਦੇ ਫਰੈਂਡਸ ਜਿਹੜੇ ਹੈ ਉਹ ਗੁਜ਼ਰ ਰਹੇ ਹੈ, ਤੁਹਾਡੇ ਭੂਆ ਮਾਸੀ ਫੁੱਫੜ ਉਹ ਜਾ ਰਹੇ ਨੇ। ਤੇ ਕਹਿੰਦੀ ਇਹ ਆਪਣੇ ਆਪ ਦੇ ਵਿੱਚ ਬਹੁਤ ਔਖਾ ਸਮਾਂ ਆ, ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਮਾਨਸਿਕ ਰੂਪ ਦੇ ਵਿੱਚ ਤਿਆਰ ਕਰਨਾ ਹੈ। ਇਹ ਤੁਸੀਂ ਬਿਲਕੁਲ ਸਹੀ ਗੱਲ ਕਹੀ। ਤੁਸੀਂ ਅਰਾਊਂਡ 40s ਦੇ ਵਿੱਚ ਇੱਕ ਟਾਈਮ ਤਾਂ ਤੁਹਾਡੇ ਬੱਚਿਆਂ ਦੀ ਉਹ ਸਟੇਜ ਹੁੰਦੀ ਹੈ, ਕਈ ਵਾਰੀ ਆਪਣੇ ਬੱਚੇ ਟੀਨਏਜਰ ਸਟੇਜ ਦੇ ਵਿੱਚ ਹੁੰਦੇ ਆ, ਉਸ ਦਾ ਤੁਸੀਂ ਬਹੁਤ ਫੈਮਿਲੀ 'ਤੇ ਰਿਸਪੋਂਸੀਬਿਲਿਟੀ ਹੁੰਦੀ ਹੈ। ਦੂਸਰੀ ਤੁਸੀਂ ਤੁਹਾਡੇ ਪੇਰੈਂਟਸ ਦੀ ਰਿਸਪੋਂਸੀਬਿਲਿਟੀ, ਸਿੱਖ ਹੋ ਗਏ, ਉਹਨਾਂ ਦੀ ਟੇਕ ਕੇਅਰ ਕਰਨੀ। ਸੋ ਇਟਸ ਲਾਈਕ ਅ ਲੋਟ ਆਫ ਪ੍ਰੈਸ਼ਰ ਐਂਡ ਇਟਸ ਹਾਰਡ ਟੂ ਹੈਂਡਲ। ਆਈ ਥਿੰਕ ਆਪਾਂ ਨੂੰ ਪਤਾ ਹੁੰਦਾ ਵੀ ਪੇਰੈਂਟਸ ਨੇ ਇੱਕ ਦਿਨ ਜਾਣਾ, ਪਰ ਕੋਈ ਵੀ ਨਹੀਂ ਚਾਹੁੰਦਾ ਆਪਣਾ ਵੀ ਲਾਈਕ ਆਪਾਂ ਹਮੇਸ਼ਾ ਚਾਹੁੰਦੇ ਹਾਂ ਵੀ ਆਪਣੇ ਆਲੇ ਦੁਆਲੇ ਬਣੇ ਰਹਿਣ। ਸੋ ਇਹ ਮੈਟਰ ਨਹੀਂ ਕਰਦਾ ਚਾਹੇ ਕੋਈ 90 ਈਅਰ ਓਲਡ ਆ, ਚਾਹੇ ਕੋਈ 60 ਈਅਰ ਓਲਡ ਆ, ਉਹ ਲੋਸ ਤਾਂ ਜੋ ਵੀ ਹੈ, ਚਾਹੇ ਉਹ ਪੇਰੈਂਟ ਆ, ਜੋ ਵੀ ਤੁਹਾਡਾ ਲਵਡ ਵਨ ਆ, ਉਹ ਲੋਸ ਬਹੁਤ ਵੱਡਾ ਹੁੰਦਾ। ਸੋ ਆਈ ਥਿੰਕ ਉਹਨੂੰ ਆਪਾਂ ਹੀਲ ਕਿਸ ਤਰ੍ਹਾਂ ਕਰਨਾ, ਕਿਹੜੇ ਵੇ ਨਾਲ ਆਪਾਂ ਲਾਈਫ ਮੂਵ ਔਨ ਕਰਨੀ ਆ। They're always going to be there for, in your memories, but how we move forward and ਆਪਾਂ normal routine ਦੇ ਵਿੱਚ ਲਾਈਫ ਕਿਵੇਂ ਗਾਂ ਚਲਾਈਏ। ਇਹਦਾ ਅਸਰ ਸਾਡੀ not just ਜ਼ਹਿਨੀ ਤੌਰ 'ਤੇ, ਇਮੋਸ਼ਨਲ ਲੈਵਲ 'ਤੇ ਹੁੰਦਾ, ਬਲਕਿ ਓਵਰਆਲ ਬੋਡੀ 'ਤੇ ਵੀ ਅਸਰ ਹੈ। ਹਾਂਜੀ, ਬਿਲਕੁਲ। ਇਹਦਾ ਸਾਰੇ ਐਸਪੈਕਟ ਆਫ ਆਪਣੀ ਲਾਈਫ ਆ ਜਿਹੜੀ ਉਹਦੇ 'ਤੇ ਅਸਰ ਪੈਂਦਾ। ਫਿਜ਼ੀਕਲੀ ਜੇ ਆਪਾਂ ਗੱਲ ਕਰੀਏ ਤਾਂ ਫਿਜ਼ੀਕਲੀ ਕੀ ਹੁੰਦਾ, ਤੁਹਾਡਾ ਜਿਵੇਂ ਨਹੀਂ ਆਪਾਂ ਕਹਿੰਦੇ ਮੇਰਾ ਦਿਲ ਖੁੱਸਦਾ ਜਦੋਂ ਕੋਈ ਚਲਿਆ ਜਾਂਦਾ, ਜਾਂ ਕਿਸੇ ਤਰ੍ਹਾਂ ਦਾ ਵੀ ਲੋਸ ਹੁੰਦਾ, ਤੁਹਾਨੂੰ ਐਂਗਜ਼ਾਇਟੀ ਹੋਣ ਲੱਗ ਜਾਂਦੀ ਆ। ਕਈ ਵਾਰੀ ਤੁਹਾਡੇ ਹਾਰਟ ਬੀਟ ਵੀ ਤੇਜ਼ ਹੋ ਜਾਂਦੀ ਆ। ਕਈ ਵਾਰੀ ਤੁਹਾਡੀ ਭੁੱਖ ਜਾਂ ਕੋਈ ਜ਼ਿਆਦਾ ਖਾਣ ਲੱਗ ਜਾਂਦਾ, ਐਪੀਟਾਈਟ ਚੇਂਜ ਹੋ ਜਾਂਦਾ, ਜਾਂ ਬਿਲਕੁਲ ਭੁੱਖ ਲੱਗਣੀ, ਵੇਟ ਲੋਸ ਹੋਣਾ, ਵੇਟ ਗੇਨ ਹੋਣਾ, ਅਤੇ ਇੱਕ ਨਮਨੈਸ ਦੀ ਫੀਲਿੰਗ ਨਹੀਂ, ਜਿਵੇਂ ਆਪਾਂ ਉਹੀ ਤੁਰੇ ਫਿਰਦੇ ਹਾਂ ਅਤੇ ਸਰੀਰ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਜਾਨ ਜੀ ਨਹੀਂ ਹੁੰਦੀ, ਹੈ ਨਾ। ਸੋ ਆਪਾਂ ਉਹ ਸਟੇਜਸ ਕਈ ਵਾਰੀ ਆਪਾਂ ਦੇਖਦੇ ਹਾਂ, ਫੈਮਿਲੀ ਮੈਂਬਰ ਜਿਹੜੇ ਕਲੋਜ਼ ਵਨ ਹੁੰਦੇ ਆ ਉਹਨਾਂ ਨਾਲ ਇਹ ਚੀਜ਼ਾਂ ਹੁੰਦੀਆਂ। ਸੋ ਫਿਜ਼ੀਕਲੀ ਇੰਪੈਕਟ ਤੁਹਾਡੀ ਬੋਡੀ ਦੇ ਉੱਤੇ ਉਹਦਾ ਬਹੁਤ ਹੁੰਦਾ। ਤੁਹਾਡਾ ਰੋਣ ਨੂੰ ਦਿਲ ਕਰੀ ਜਾਂਦਾ, ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਹਾਡੀ ਈਟਿੰਗ ਹੈਬਿਟਸ ਚੇਂਜ ਹੋ ਜਾਂਦੀਆਂ, ਕਿਸੇ ਚੀਜ਼ 'ਤੇ ਕੰਸਨਟਰੇਟ ਨਹੀਂ ਕਰ ਪਾਉਂਦੇ। ਸੋ ਜਿਹੜਾ ਇਮੋਸ਼ਨਲ ਸਿੰਪਟਮਸ ਹੈਗੇ ਆ ਉਹ ਤਾਂ ਬਹੁਤ ਕਈ ਵਾਰੀ ਕਨਫਿਊਜ਼ਿੰਗ ਅਤੇ ਕਨਫਲੈਕਟਿੰਗ ਹੋ ਜਾਂਦੇ ਆ, ਕਿਉਂਕਿ ਕਨਫਿਊਜ਼ਿੰਗ ਕਈ ਵਾਰੀ ਤੁਸੀਂ ਕਨਫਿਊਜ਼ ਹੁੰਦੇ ਹੋ ਵੀ ਇਹ ਮੇਰੇ ਨਾਲ ਹੋਇਆ ਕਿਵੇਂ, ਕਾਹਤੋਂ ਹੋਇਆ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਐਕਸੈਪਟੈਂਸ ਨਹੀਂ ਕਰ ਪਾਉਂਦੇ, ਆਪਣੀ ਬਾਰਗੇਨਿੰਗ ਅਤੇ ਡਿਨਾਇਲ ਦੀ ਸਟੇਜ ਦੇ ਵਿੱਚ ਹੁੰਦੇ ਆ,
ਤੇ ਕਈ ਵਾਰੀ ਬਹੁਤ ਆਪਾਂ ਇਮੋਸ਼ਨਲ ਸੈਡਨੈਸ ਦੇ ਵਿੱਚ ਚਲੇ ਜਾਂਦੇ ਹਾਂ, ਇਮੋਸ਼ਨਲੀ ਬਹੁਤ ਹੀ ਸੈਡ ਹੋ ਜਾਂਦੇ ਹਾਂ। ਕਈ ਆਪਣਾ ਰੋ ਕੇ ਆਪਾਂ ਕਰ ਲੈਂਦੇ ਹਾਂ, ਕੱਢ ਲੈਂਦੇ ਹਾਂ ਬਾਹਰ, ਕਈ ਆਪਾਂ ਰੋ ਕੇ, ਕਈ ਸਾਹਮਣੇ ਨਹੀਂ ਰੋ ਸਕਦੇ। ਹੁਣ ਕਈ ਵਾਰੀ ਆਪਾਂ ਨੂੰ ਲੋਕਾਂ ਕਹਿ ਦਿੰਦੇ ਆ ਵੀ ਇਹ ਬੰਦੇ ਨੂੰ ਤਾਂ ਸ਼ਾਇਦ ਕੋਈ ਰੋਇਆ ਨਹੀਂ ਤੇ ਇਹਨੂੰ ਕੋਈ ਸ਼ਾਇਦ ਦੁੱਖ ਤਕਲੀਫ ਨਹੀਂ ਹੈਗੀ, ਬਟ ਇਟ ਡਜ਼ਨਟ ਮੀਨ, ਸਾਰਿਆਂ ਦਾ ਆਪਦਾ ਵੇ ਆ, ਰਾਈਟ? ਇਮੋਸ਼ਨਲੀ ਹਾਊ ਡੂ ਯੂ ਐਕਸਪ੍ਰੈਸ ਯੂਰਸੈਲਫ, ਸੋ ਉਹ ਡਿਫਰੈਂਟ ਹੋ ਜਾਂਦਾ। ਸੋ ਆਈ ਥਿੰਕ ਇਹ ਇੰਪੋਰਟੈਂਟ ਹੋ ਜਾਂਦਾ ਵੀ ਜਿਹੜੀਆਂ ਬਿਹੇਵੀਅਰ ਦੀਆਂ ਚੇਂਜਸ ਆ ਉਹ ਵੀ ਬਹੁਤ ਆ ਜਾਂਦੀਆਂ ਤੁਹਾਡੇ ਬਿਹੇਵੀਅਰ ਦੇ ਵਿੱਚ। ਤੁਸੀਂ ਚਿੜਚਿੜੇ ਰਹਿਣ ਲੱਗ ਜਾਂਦੇ, ਤੁਹਾਨੂੰ ਛੇਤੀ ਖਿਝ ਆਉਣ ਲੱਗ ਜਾਂਦੀ ਹੈ, ਤੁਹਾਡੇ ਮੂਡ ਸਵਿੰਗਸ ਵੀ ਚੇਂਜ ਹੁੰਦੇ ਆ, ਤੁਹਾਡਾ ਕਿਸੇ ਨਾਲ ਕਈ ਵਾਰੀ ਬੋਲਣ ਨੂੰ ਦਿਲ ਨਹੀਂ ਕਰਦਾ, ਕਈ ਵਾਰੀ ਤੁਸੀਂ ਆਪਦੇ ਆਪ ਨੂੰ ਆਈਸੋਲੇਟ ਕਰਨ ਲੱਗ ਜਾਂਦੇ ਹੋ, ਤੁਸੀਂ ਲੱਗਦਾ ਵੀ ਮੇਰੇ ਨਾਲ ਕੋਈ ਗੱਲ ਨਾ ਕਰੇ ਜਾਂ ਸਾਡੇ ਘਰ ਨਾ ਕੋਈ ਆਵੇ, ਰਾਈਟ? ਕਈ ਵਾਰੀ ਇਹ ਵੀ ਚੀਜ਼ਾਂ ਆਪਾਂ ਦੇਖਣ ਨੂੰ ਮਿਲਦੀਆਂ ਨੇ। ਅਤੇ ਸਪਿਰਿਚੁਅਲ ਇੰਪੈਕਟ ਵੀ ਬਹੁਤ ਹੁੰਦਾ। ਹੁਣ ਕਈ ਵਾਰੀ ਆਪਾਂ ਜਾਂਦੇ ਹਾਂ ਗੁਰਦੁਆਰੇ, ਮੰਦਰ, ਮਸਜਿਦ, ਰੈਗੂਲਰਲੀ ਜਾਂਦੇ ਹਾਂ, ਫਿਰ ਜਿੱਦਾਂ ਕਿੱਦਾਂ ਇੱਦਾਂ ਦਾ ਕੋਈ ਹੁੰਦਾ, ਫਿਰ ਕਈ ਵਾਰੀ ਆਪਾਂ ਨੂੰ ਥੋੜ੍ਹੇ ਟਾਈਮ ਬੀਂਗ ਲਈ ਆਪਾਂ ਨੂੰ ਲੱਗਣ ਲੱਗ ਜਾਂਦਾ ਵੀ ਸ਼ਾਇਦ ਆਪਣਾ ਪਰਮਾਤਮਾ ਤੋਂ ਵਿਸ਼ਵਾਸ ਜਾਂ ਨਹੀਂ ਕਹਿ ਦਿੰਦੇ ਵੀ ਉੱਠਣ ਲੱਗ ਜਾਂਦਾ ਵੀ ਇਹ ਸਾਡੇ ਨਾਲ ਕਿਉਂ ਹੋਇਆ। ਆਪਾਂ ਨੂੰ ਕੁਐਸਚਨ ਕਰਨ ਲੱਗ ਜਾਂਦੇ ਵੀ ਇਹ ਕੀ ਲਾਈਫ ਆ, ਨਹੀਂ ਹੋਣਾ ਚਾਹੀਦਾ ਸੀ। ਸੋ ਸਪਿਰਿਚੁਅਲੀ ਤੌਰ 'ਤੇ ਵੀ ਤੁਹਾਡੇ 'ਤੇ ਥੋੜ੍ਹਾ ਜਿਹਾ ਇੰਪੈਕਟ ਪੈਂਦਾ ਵਾ। ਸੋ ਇਹ ਜਿਵੇਂ ਆਪਾਂ ਕਹਿ ਦਈਏ ਫਿਜ਼ੀਕਲੀ, ਮੈਂਟਲੀ, ਇਮੋਸ਼ਨਲੀ, ਸਾਈਕੋਲੋਜੀਕਲੀ, ਸਪਿਰਿਚੁਅਲੀ, ਇਹ ਸਾਰੇ ਜਿਹੜੀ ਹੈ ਆਪਣੀ ਗਰੀਫ ਆ ਅਤੇ ਲੋਸ ਆ, ਇਹ ਆਪਣੇ 'ਤੇ ਇੰਪੈਕਟ ਕਰਦੇ ਆ। ਸਾਡੇ ਆਲੇ ਦੁਆਲੇ ਦੇ ਲੋਕ ਕਿਵੇਂ ਤੁਹਾਡੇ ਨਾਲ ਵਰਤਾਅ ਰੱਖਦੇ ਨੇ ਉਸ ਵੇਲੇ ਜਦੋਂ ਤੁਸੀਂ ਸੰਤਾਪ ਹੰਢਾ ਰਹੇ ਹੋ, ਸੋਗ 'ਚੋਂ ਗੁਜ਼ਰ ਰਹੇ ਹੋ? ਅਫਸੋਸ ਕਰਨ ਵਾਲੇ ਬਹੁਤ ਆਉਂਦੇ ਨੇ, ਤੁਹਾਡੇ ਭਾਵਨਾਵਾਂ ਨੂੰ, ਤੁਹਾਡੇ ਇਮੋਸ਼ਨਸ ਨੂੰ ਸਮਝਣ ਵਾਲੇ ਬਹੁਤ ਘੱਟ ਹੁੰਦੇ ਆ। ਹਾਂਜੀ, ਕਿਵੇਂ ਸਪੋਰਟ ਕਰਨਾ ਹੈ ਕਿਸੇ ਗਰੀਵਿੰਗ ਪਰਸਨ ਨੂੰ? ਇਹ ਵੀ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕਹੀਏ ਕੀ, ਰਾਈਟ? ਜਿਹੜੇ ਤਾਂ ਜਿਹਦਾ ਜਿੰਨਾ ਕਨੈਕਸ਼ਨ ਹੁੰਦਾ, ਚਾਹੇ ਉਹ ਬਲੱਡ ਰਿਲੇਸ਼ਨ ਆ, ਚਾਹੇ ਤੁਹਾਡਾ ਫਰੈਂਡ ਸਰਕਲ ਆ, ਚਾਹੇ ਫੈਮਿਲੀ ਆ, ਰਿਸ਼ਤੇਦਾਰ ਆ, ਹਰੇਕ ਨੂੰ ਉਨਾ ਦੁੱਖ ਹੁੰਦਾ ਜਦੋਂ ਵੀ ਕੋਈ ਆਪਣਾ ਚਲਿਆ ਜਾਂਦਾ। ਆਈ ਥਿੰਕ ਕਈ ਵਾਰੀ ਕੀ ਹੁੰਦਾ, ਜਦੋਂ ਕਿ ਤੁਸੀਂ ਜਾ ਕੇ ਕਹਿ ਦਿਓ ਵੀ ਕੋਈ ਨਹੀਂ, ਇਹ ਕੋਈ ਨਹੀਂ ਹੋਣਾ ਸੀ, ਚੰਗੇ ਲਈ ਹੋਇਆ ਜਾਂ ਜੋ ਵੀ ਹੈਗਾ। ਆਈ ਥਿੰਕ ਕਈ ਵਾਰੀ ਇਸ ਨਾਲੋਂ ਬੈਟਰ ਆ ਵੀ ਤੁਸੀਂ ਕਿਸੇ ਨੂੰ ਕਹੋ ਨਾ, ਤੁਹਾਨੂੰ ਪਤਾ ਨਹੀਂ ਉਹ ਕਿਹੜੀ ਸਟੇਜ ਦੇ ਥਰੂ ਜਾ ਰਹੇ ਆ, ਕਿਸ ਤਰ੍ਹਾਂ ਸਫਰਿੰਗ ਹੋ ਰਹੀ ਆ। ਆਈ ਥਿੰਕ ਬੈਸਟ ਟੂ ਬੀ ਪ੍ਰੈਜ਼ੈਂਟ ਦੇਅਰ, ਜਾ ਕੇ ਉਹਨਾਂ ਕੋਲ ਬੈਠੋ, ਉਹਨਾਂ ਨੂੰ ਕਈ ਵਾਰੀ ਤੁਹਾਨੂੰ ਕੁਛ ਵੀ ਬੋਲਣ ਦੀ ਲੋੜ ਨਹੀਂ ਹੁੰਦੀ। ਆਲ ਯੂ ਨੀਡ ਟੂ ਸੇ ਕਿ ਜਿਹਨੂੰ ਤੁਹਾਨੂੰ ਕੋਈ ਵੀ ਚੀਜ਼ ਦੀ ਲੋੜ ਆ, ਤੁਸੀਂ ਸਾਨੂੰ ਦੱਸਿਓ, ਅਸੀਂ ਤੁਹਾਡੇ ਲਈ ਹਾਜ਼ਰ ਹਾਂ, ਰਾਈਟ? ਆਈ ਥਿੰਕ ਉਹ ਬਹੁਤ ਇੰਪੋਰਟੈਂਟ ਆ। ਉਹਨਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਮੈਨੂੰ ਪਤਾ ਨਹੀਂ ਲੱਗਦਾ, ਆਈ ਡੋਂਟ ਹੈਵ ਐਨੀ ਵਰਡਸ ਟੂ ਸੇ, ਵਟ ਕੈਨ ਆਈ ਸੇ, ਆਈ ਐਮ ਜਸਟ ਹੇਅਰ ਫॉर ਯੂ, ਐਨੀਥਿੰਗ ਯੂ ਨੀਡ, ਆਈ ਐਮ ਹੇਅਰ ਫॉर ਯੂ, ਦੈਟਸ ਆਲ ਵੀ ਕੈਨ ਸੇ ਸਮਟਾਈਮਸ, ਰਾਈਟ? ਸੋ ਆਈ ਥਿੰਕ ਉਹ ਬਹੁਤ ਜ਼ਰੂਰੀ ਆ ਵੀ ਬੀਇੰਗ ਪ੍ਰੈਜ਼ੈਂਟ, ਜਾ ਕੇ ਪ੍ਰੈਜ਼ੈਂਟ ਹੋਣਾ ਅਤੇ ਗਰੀਵਿੰਗ ਪ੍ਰੋਸੈਸ ਦੇ ਵਿੱਚ ਕਿਸੇ ਦੀ ਹੈਲਪ ਕਰਨਾ ਉਹਨਾਂ ਦੀ, ਰਾਈਟ? ਕਿਸੇ ਤਰੀਕੇ ਨਾਲ ਫੂਡ ਕੁੱਕ ਕਰਕੇ ਲੈ ਜਾਣਾ, ਜਾਂ ਕਈ ਵਾਰੀ ਫਿਊਨਰਲ ਅਰੇਂਜਮੈਂਟ ਦੇ ਵਿੱਚ ਹੈਲਪ ਕਰਨੀ, ਜਾਂ ਕਿ ਬੇਬੀ ਸਿਟਿੰਗ ਕਰਨੀ, ਬੱਚਿਆਂ ਨੂੰ ਥੋੜ੍ਹਾ ਬਹੁਤਾ ਚਿਰ ਬਾਹਰ ਲੈ ਜਾਣਾ, ਥੋੜ੍ਹਾ ਜਿਹਾ ਫੈਮਿਲੀ ਨੂੰ ਥੋੜ੍ਹੀ ਬ੍ਰੇਕ ਹੋ ਜਾਂਦੀ ਹੈ, ਉਸ ਤਰ੍ਹਾਂ ਦੀ ਵੀ ਹੈਲਪ ਆਪਾਂ ਕਰ ਸਕਦੇ ਹਾਂ। ਜ਼ਰੂਰੀ ਨਹੀਂ ਵੀ ਕਹਿਣਾ ਹੀ ਕੁਛ ਜ਼ਰੂਰੀ ਹੈ ਆਲ ਦਾ ਟਾਈਮ। ਬਿਲਕੁਲ ਠੀਕ ਹੈ। ਕਈ ਕੋਸ਼ਿਸ਼ 'ਚ ਹੁੰਦੇ ਆ ਕਿ ਇਹਨਾਂ ਨੂੰ ਰਵਾ ਦਿੱਤਾ ਜਾਵੇ। ਕਈ ਜਣੇ ਕਿਉਂਕਿ ਜਦੋਂ ਕੋਈ ਲਾਸ 'ਚੋਂ ਗੁਜ਼ਰ ਰਹੇ ਹੁੰਦੇ ਉਹ ਸੁੰਨ ਹੋ ਜਾਂਦੇ, ਜਿੱਦਾਂ ਤੁਸੀਂ ਦੱਸਿਆ, ਅਤੇ ਕਰਾਈ ਆਊਟ ਨਹੀਂ ਕਰਦੇ। ਉਹ ਕਰਨਾ ਜ਼ਰੂਰੀ ਹੁੰਦਾ ਹੈ? ਆਈ ਥਿੰਕ ਉਹ ਜ਼ਰੂਰੀ ਆ, ਹਾਂਜੀ, ਉਹ ਹੈਗਾ ਜ਼ਰੂਰੀ ਕਈ ਬਹੁਤ ਥਾਵਾਂ 'ਤੇ, ਪਰ ਹਰੇਕ ਦਾ ਕਰਾਈ ਆਊਟ ਕਈ ਸਾਹਮਣੇ ਕਰਦੇ ਆ, ਕੋਈ ਕਾਰ 'ਚ ਕਰਦਾ, ਕੋਈ ਵਾਸ਼ਰੂਮ 'ਚ ਕਰਦਾ, ਰਾਈਟ? ਕਈ ਹੁਣ ਆਪਾਂ ਇੰਡੀਆ 'ਚ ਜੇ ਆਪਾਂ ਆਪਣੇ ਕਲਚਰ ਦੀ ਗੱਲ ਕਰੀਏ, ਦੇਖੋ ਉੱਥੇ ਟਰਾਲੀਆਂ ਭਰ ਕੇ ਲੋਕ ਜਾਂਦੇ ਸੀ, ਰਾਈਟ? ਉਹ ਕੋਈ ਰੀਜ਼ਨ ਹੁੰਦਾ ਸੀ ਵੀ ਉਹਨਾਂ ਨੂੰ ਇੱਕ ਤਰ੍ਹਾਂ ਦੀ ਸਪੋਰਟ ਦਿਖਾਉਂਦੇ ਸੀ, ਅਤੇ ਲੋਕ ਕਈ ਲੇਡੀਜ਼ ਇਹੋ ਜਿਹੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਕੋਈ ਕਨੈਕਸ਼ਨ ਵੀ ਨਹੀਂ ਸੀ ਹੁੰਦਾ, ਉਹ ਜਾਂਦੀਆਂ ਸੀ ਵੀ ਉਹ ਰਵਾ ਦੇਣ ਬੰਦੇ ਨੂੰ, ਬੈਣ ਪਾਉਂਦੇ ਸੀ ਉਹਨਾਂ ਨੂੰ, ਹੈ ਨਾ, ਵੀ ਰਵਾ ਦੇਣ। ਸੋ ਆਈ ਥਿੰਕ ਉਹ ਜੇ ਆਪਾਂ ਨੂੰ ਸ਼ਾਇਦ ਉਦੋਂ ਪਤਾ ਨਹੀਂ ਸੀ, ਹੁਣ ਆਪਾਂ ਜੇ ਸੋਚੀਏ ਵੀ ਉਹਦਾ ਰੀਜ਼ਨ ਸੀਗਾ ਵੀ ਬੰਦਾ ਸ਼ੌਕ 'ਚ ਚਲਿਆ ਗਿਆ, ਉਹ ਰੋਂਦਾ ਨਹੀਂ, ਉਹ ਸੁੰਨ ਹੋ ਕੇ ਬੈਠ ਗਿਆ। ਸੋ ਬ੍ਰਿੰਗ ਦੈਟ ਇਮੋਸ਼ਨਸ ਆਊਟ, ਬਿਕਾਜ਼ ਉਹ ਹੌਲਾ ਹੋ ਜਾਂਦਾ ਬੰਦਾ ਜਦੋਂ ਰੋਂਦੇ ਆਪਾਂ ਆਪਦਾ ਬਾਹਰ ਕੱਢਦੇ ਹਾਂ, ਸੋ ਉਹ ਥੋੜ੍ਹਾ ਜਿਹਾ ਹੌਲਾ ਹੋ ਜਾਂਦਾ। ਸੋ ਆਈ ਥਿੰਕ ਸਮਟਾਈਮਜ਼ ਇਟਸ ਓਕੇ, ਪਰ ਇੰਨਾ ਵੀ ਨਹੀਂ ਫੋਰਸ ਕਰਨਾ ਚਾਹੀਦਾ। ਗਿਵ ਦੈਮ ਸਮ ਟਾਈਮ ਟੂ whatever they're going through, ਪਰ I think ਉਹਨਾਂ ਦੇ ਜੋ ਵੀ ਲਾਸ ਹੋਇਆ ਉਹਨਾਂ ਦੀਆਂ ਗੱਲਾਂ ਕਰੋ, ਚੰਗੀਆਂ ਚੀਜ਼ਾਂ ਦੀ ਉਹਨਾਂ ਨੂੰ ਦੱਸੋ ਵੀ ਸਾਨੂੰ ਉਹਦੇ ਬਾਰੇ ਆ ਗੱਲ ਦੱਸੋ ਕੀ ਸੀ, ਉਹਨਾਂ ਤੋਂ ਗੱਲ ਪੁੱਛੋ। ਜਦੋਂ ਗੱਲ ਕਰਨਗੇ ਉਹਦੇ ਬਾਰੇ ਤਾਂ ਆਟੋਮੈਟਿਕਲੀ ਇਮੋਸ਼ਨਸ ਆਉਣਗੇ ਅਤੇ ਤੁਹਾਨੂੰ ਥੋੜ੍ਹਾ ਜਿਹਾ ਰੋਣ ਵੀ ਆਊਗਾ, ਰਾਈਟ? ਹਾਂਜੀ। ਗਰੀਫ ਐਂਡ ਲਾਸ ਦੇ ਬਾਰੇ ਕਈ ਵਾਰੀ ਅਸੀਂ ਗੱਲ ਕਰਨਾ ਪਸੰਦ ਨਹੀਂ ਕਰਦੇ ਕਿ ਹੋ ਗਿਆ ਜੋ ਹੋ ਗਿਆ, ਹੁਣ ਬੀਤ ਗਿਆ, ਹੁਣ ਉਹਦੇ ਬਾਰੇ ਥੋੜ੍ਹੀ ਗੱਲ ਕਰੀ ਜਾਣੀ ਆ। ਆਪਣੇ ਨਾ ਇੱਕ ਕਮਿਊਨਿਟੀ ਦੇ ਵਿੱਚ ਗੱਲ ਕਹੀ ਜਾਂਦੀ, ਮਰੇ
ਕਰਿਆ ਨਾਲ ਮਰਿਆ ਨਹੀਂ ਜਾਂਦਾ ਹੁੰਦਾ। ਉਹ ਗੱਲ ਕਿਸੇ ਨੂੰ ਕਿੰਨੀ ਚੋਟ ਪਹੁੰਚਾਉਂਦੀ ਹੋ ਸਕਦੀ ਹੈ, ਸ਼ਾਇਦ ਕਹਿਣ ਵਾਲਾ ਸੋਚਦਾ ਵੀ ਨਹੀਂ। ਉਹ ਆਪਣੇ ਵੱਲੋਂ ਸ਼ਾਇਦ ਹਿੰਮਤ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਹਾਂਜੀ ਬਿਲਕੁਲ, ਹਾਂਜੀ। ਉਹ ਕਈ ਵਾਰੀ ਉਹੀ ਹੁੰਦਾ ਵੀ ਸ਼ਬਦਾਂ ਦਾ ਹੋ ਜਾਂਦੀ ਹੈ, ਕਈ ਵਾਰੀ ਇੱਧਰ ਉੱਧਰ ਹੋ ਜਾਂਦਾ ਵੀ ਆਪਦੇ ਵੱਲੋਂ ਤਾਂ ਉਹ ਹਿੰਮਤ ਹੌਸਲਾ ਦੇਣ ਦੀ ਗੱਲ ਕਰਦੇ ਆ ਵੀ ਹਿੰਮਤ ਕਰੋ, ਉੱਠੋ ਹੁਣ, ਲਾਈਫ ਮੂਵ ਔਨ ਕਰੋ। ਪਰ ਉਹ ਹਰਟ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵੀ ਉਹ ਪਰਸਨ ਦੀ ਸਫਰਿੰਗ ਦੇ ਕਿਹੜੀ ਦੇ ਥਰੂ ਉਹ ਜਾ ਰਹੇ ਆ, ਰਾਈਟ। ਸੋ ਆਈ ਥਿੰਕ ਉਹ ਬਹੁਤ ਜ਼ਰੂਰੀ ਹੈ। ਪਰ ਆਪਾਂ ਨੂੰ ਡੈਫੀਨੇਟਲੀ ਗੋਲ ਆਪਣਾ ਇਹੀ ਹੈ ਵੀ ਆਪਾਂ ਮੂਵ ਔਨ ਫਾਰਵਰਡ ਹੋਣਾ ਲਾਈਫ ਦੇ ਨਾਲ। ਸੋ ਉਹਦੇ ਲਈ ਆਪਾਂ ਨੂੰ ਸੈਲਫ ਕੇਅਰ ਦੀ ਬਹੁਤ ਜ਼ਰੂਰਤ ਹੈਗੀ ਆ। ਇਹੀ ਹੁਣ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦਸੀਏ ਕਿ ਇੱਕ ਤਾਂ ਹੈ ਆਲੇ ਦੁਆਲੇ ਤੋਂ ਜਿਹੜੀ ਸਪੋਰਟ ਮਿਲਣ ਵਾਲੀ ਹੈ, ਕੇਅਰ ਮਿਲਣ ਵਾਲੀ ਹੈ। ਉਸ ਤੋਂ ਇਲਾਵਾ ਜੇਕਰ ਅਸੀਂ ਆਪ ਪਰਸਨਲੀ ਕਿਸੇ ਲੋਸ ਦੇ ਥਰੂ, ਗਰੀਫ ਦੇ ਥਰੂ ਜਾ ਰਹੇ ਹਾਂ, ਉਹਨੂੰ ਕਿਵੇਂ ਪ੍ਰੋਸੈਸ ਕਰਨਾ ਆ, ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਆ ਤਾਂ ਕਿ ਹੁਣ ਰੂਟੀਨ ਜਿਹੜੀ ਉਹ ਬਣਾਈ ਜਾ ਸਕੇ। ਹਾਂਜੀ ਸੋ ਹਾਂਜੀ, ਇਸ ਦੇ ਐਕਚੁਅਲ ਨੋਰਮਲ ਰੂਟੀਨ ਦੇ ਵਿੱਚ ਬੈਕ ਆਉਣਾ ਆਈ ਥਿੰਕ ਬਹੁਤ ਜ਼ਰੂਰੀ ਆ। ਕਈ ਵਾਰੀ ਆਪਾਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਹੈ ਸ਼ੌਕ 'ਚ ਟਾਈਮ ਨਿਕਲ ਜਾਂਦਾ, ਜੋ ਵੀ ਹੈਗਾ ਵਾ ਹੌਲੀ ਹੌਲੀ ਤੁਹਾਨੂੰ ਆਪਦੀ ਸੈਲਫ ਕੇਅਰ ਬਹੁਤ ਜ਼ਰੂਰੀ ਆ। ਫਿਜ਼ੀਕਲ ਹੈਲਥ ਦੀ ਖਿਆਲ ਰੱਖਣਾ, ਖਾਣ ਦਾ ਖਿਆਲ ਰੱਖਣਾ, ਤੁਹਾਡੀ ਨੀਂਦ ਪ੍ਰੋਪਰ ਹੋਣੀ ਚਾਹੀਦੀ ਹੈ 7-8 ਘੰਟੇ, ਕਿਉਂਕਿ ਜਦੋਂ ਕਿਸੇ ਦਾ ਇੱਦਾਂ ਦਾ ਲੋਸ ਹੁੰਦਾ ਨਾ, ਨੀਂਦ ਬਹੁਤ ਡਿਸਟਰਬ ਹੁੰਦੀ ਹੈ। ਜਦੋਂ ਨੀਂਦ ਡਿਸਟਰਬ ਆ ਤੁਹਾਡੀ ਪ੍ਰੋਪਰ, ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਹਾਡੀ ਸਾਰਾ ਸਿਸਟਮ ਤੁਹਾਡਾ ਹਿੱਲ ਕੇ ਰਹਿ ਜਾਂਦਾ, ਰਾਈਟ। ਸੋ ਆਈ ਥਿੰਕ ਆਪਦੀ ਟੇਕ ਕੇਅਰ ਕਰਨਾ, ਨੋਰਮਲ ਉੱਠਣਾ, ਟਾਈਮ ਨਾਲ ਥੋੜ੍ਹੀ ਰੂਟੀਨ ਸੈੱਟ ਕਰਨੀ, ਉਹੀ ਰੂਟੀਨ ਨੂੰ ਫੋਲੋ ਕਰਨਾ, ਆਈ ਥਿੰਕ ਉਹ ਬਹੁਤ ਜ਼ਰੂਰੀ ਆ। ਪ੍ਰੋਪਰ ਸੌਣਾ, ਪ੍ਰੋਪਰ ਉੱਠ ਕੇ ਖਾਣਾ, ਜੇ ਤੁਸੀਂ ਕੰਮ ਕਰਦੇ ਹੋ ਤਾਂ ਕੰਮ 'ਤੇ ਜਾਣਾ, ਜੇ ਤੁਸੀਂ ਜੋ ਸਪਿਰਿਚੁਅਲ ਥਾਂ 'ਤੇ ਜਾਂਦੇ ਹੋ ਉੱਥੇ ਜਾ ਕੇ ਜਾਣਾ, ਅਤੇ ਆਪਦੇ ਆਪ ਨੂੰ ਜਿਹੜੀਆਂ ਵੀ ਤੁਸੀਂ ਹੌਬੀਜ਼ ਜਾਂ ਐਕਟੀਵਿਟੀਜ਼ ਇੰਜੋਏ ਕਰਨੇ ਉਹਨਾਂ 'ਤੇ ਦੁਬਾਰਾ ਜਾਣਾ। ਕਈ ਵਾਰੀ ਕੀ ਹੁੰਦਾ ਆਪਣੇ ਕਲਚਰ ਦੇ ਵਿੱਚ ਆਪਾਂ ਕਹਿਣ ਲੱਗ ਜਾਂਦੇ ਇਹ ਤਾਂ ਹੁਣ ਰੰਗ ਬਿਰੰਗੇ ਕੱਪੜੇ ਪਾਉਣ ਲੱਗ ਗਏ, ਇਹ ਤਾਂ ਇਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਹੈਗਾ, ਉਹ ਤਾਂ ਬੰਦਾ ਜਿਮ ਜਾਂਦਾ, ਉਹ ਤਾਂ ਬੰਦਾ ਉਹ ਤਾਂ ਆਪਦੀ ਐਕਟੀਵਿਟੀਜ਼ ਕਰੀ ਜਾਂਦਾ, ਉਹ ਤਾਂ ਪਾਰਟੀ 'ਤੇ ਗਿਆ ਹੋਇਆ ਸੀ। ਕਈ ਵਾਰੀ ਲੋਕ ਉਹਨਾਂ ਨੂੰ ਫੀਲ ਬੈਡ ਕਰਾਉਣ ਲੱਗ ਜਾਂਦੇ ਆ। ਸੋ ਕਈ ਵਾਰੀ ਉਹ ਜਿਹੜਾ ਸੁਸਾਇਟੀ ਦਾ ਪ੍ਰੈਸ਼ਰ ਕਰਕੇ ਵੀ ਬੰਦਾ ਹੀਲ ਅੰਦਰੋਂ ਹੋਣਾ ਵੀ ਚਾਹੁੰਦਾ ਹੋਵੇ, ਉਹ 'ਤੇ ਥੋੜ੍ਹਾ ਜਿਹਾ ਉਹਨਾਂ ਨੂੰ ਰਿਸਟ੍ਰਿਕਟਿਡ ਮਹਿਸੂਸ ਹੁੰਦਾ, ਬਿਕੋਜ਼ ਉਹਨਾਂ ਨੂੰ ਲਾਈਕ ਆਪਣੇ ਇੰਡੀਆ 'ਚ ਵੀ ਆਪਾਂ ਅੱਗੇ ਕਹਿ ਦਿੰਦੇ ਸੀ ਵੀ ਵਾਈਟ ਕੱਪੜੇ ਵਿਡੋ ਨੇ ਪਾਉਣੇ ਆ ਜਾਂ ਜੋ ਵੀ ਹੈਗਾ। ਸੋ ਆਈ ਥਿੰਕ ਉਹ ਚੀਜ਼ਾਂ ਦੀ ਬਿਨਾਂ ਪਰਵਾਹ ਕਰਿਆ ਤੁਸੀਂ, ਤੁਹਾਡਾ ਲੋਸ ਆ, ਤੁਸੀਂ ਆਪਦੀ ਨੋਰਮਲ ਰੂਟੀਨ 'ਚ ਪਾਓ ਜਿਹੜੀ ਤੁਹਾਨੂੰ ਚਾਹੀਦੀ ਹੈ, ਬਿਕੋਜ਼ ਜਿਹੜੇ ਤੁਹਾਡੇ ਹਜੇ ਵੀ ਆਲੇ ਦੁਆਲੇ ਲੋਕ ਨੇ, ਤੁਹਾਡੇ ਲਵਡ ਵਨਸ ਆ, ਉਹਨਾਂ ਨੂੰ ਤੁਹਾਡੀ ਜ਼ਰੂਰਤ ਆ। ਅਤੇ ਆਪਾਂ ਨੋਰਮਲ ਰੂਟੀਨ 'ਚ ਪੈ ਕੇ ਫਿਰ ਆਪਾਂ ਲਾਈਫ ਨੂੰ ਮੂਵ ਔਨ ਕਰੀਏ। ਇਹ ਨਹੀਂ ਹੈਗਾ ਵੀ ਤੁਹਾਡਾ ਲੋਸ ਚੱਲਿਆ ਗਿਆ, ਲੋਸ ਹਮੇਸ਼ਾ ਹੀ ਰਹਿਣਾ। ਯੂ ਜਸਟ ਹੈਵ ਟੂ ਲਰਨ ਹਾਊ ਟੂ ਮੂਵ ਵਿਦਆਊਟ ਦੈਟ ਪਰਸਨ ਵਿਦ ਦੇਅਰ ਗੁੱਡ ਮੈਮਰੀਜ਼। ਸੋ ਉਹ ਬਹੁਤ ਜ਼ਰੂਰੀ ਹੋ ਜਾਂਦਾ। ਬਿਲਕੁਲ ਸਹੀ ਗੱਲ ਹੈ। ਅੱਛਾ ਹਰਪ੍ਰੀਤ ਜੀ, ਕਈ ਵਾਰੀ ਅਸੀਂ ਇਹਨਾਂ ਮਾਮਲਿਆਂ 'ਚ ਬੱਚਿਆਂ ਨੂੰ ਭੁੱਲ ਜਾਂਦੇ ਕਿ ਬੱਚਿਆਂ ਦਾ ਗਰੀਫ ਐਂਡ ਲੋਸ ਨੂੰ ਪ੍ਰੋਸੈਸ ਕਰਨ ਦਾ ਵੱਖਰਾ ਤਰੀਕਾ ਹੋ ਸਕਦਾ ਹੈ। ਬਿਲਕੁਲ ਹਾਂਜੀ, ਤੁਸੀਂ ਆਪਾਂ ਨਾ ਵੱਡਿਆਂ 'ਤੇ ਫੋਕਸ ਕਰਦੇ ਹਾਂ, ਅਡਲਟਸ 'ਤੇ। ਹੁਣ ਜਦੋਂ ਬੱਚੇ ਵਿਚਾਰੇ ਖੂੰਜੇ 'ਚ ਬੈਠੇ ਹੁੰਦੇ ਆ, ਜੇ ਕਿਸੇ ਪੇਰੈਂਟ ਦੀ ਡੈਥ ਹੋ ਗਈ ਜਾਂ ਗ੍ਰੈਂਡ ਪੇਰੈਂਟਸ ਦੀ ਡੈਥ ਹੋ ਗਈ, ਆਈ ਥਿੰਕ ਉਹਨਾਂ ਨੂੰ ਪੁੱਛਣਾ ਬਹੁਤ ਜ਼ਰੂਰੀ ਆ, ਉਹਨਾਂ ਦੀਆਂ ਕੀ ਫੀਲਿੰਗਸ ਆ, ਉਹਨਾਂ ਨਾਲ ਫੈਮਲੀ ਫਰੈਂਡਸ ਆ ਜਿਹੜੇ, ਉਹਨਾਂ ਨਾਲ ਟਾਈਮ ਸਪੈਂਡ ਕਰਨਾ, ਲਾਈਕ ਉਹਨਾਂ ਦੇ ਇਮੋਸ਼ਨਸ ਅੰਡਰਸਟੈਂਡ ਕਰਨਾ ਵੀ ਕੀ ਫੀਲ ਕਰਦੇ ਹੋ, ਕਿੱਦਾਂ ਦਾ ਲੋਸ ਸੀ, ਉਹਨਾਂ ਨੂੰ ਕਹਿਣਾ ਵੀ ਸਾਨੂੰ ਗੁੱਡ ਮੈਮਰੀਜ਼ ਤੁਸੀਂ ਸ਼ੇਅਰ ਕਰੋ, ਇਹ ਵੀ ਬਹੁਤ ਜ਼ਰੂਰੀ ਆ। ਅਤੇ ਸਪੈਸ਼ਲੀ ਬੱਚੇ ਜਦੋਂ ਨਾ ਆਪਾਂ ਜੇ ਲੋਸ ਦੀ ਗੱਲ ਕਰਦੇ ਹਾਂ, ਜਿਵੇਂ ਪੇਰੈਂਟਸ ਡਿਵੋਰਸ ਹੋ ਜਾਂਦੇ ਆ, ਸੈਪਰੇਟ ਹੋ ਜਾਂਦੇ ਆ, ਉਹ ਆਪਦਾ ਘਰ ਲੂਜ਼ ਕਰਦੇ ਆ, ਰਾਈਟ। ਉਹ ਵੀ ਬਹੁਤ ਬੱਚਿਆਂ ਲਈ ਬਹੁਤ ਵੱਡਾ ਲੋਸ ਹੁੰਦਾ। ਉਹ ਵੀ ਇੱਕ ਗਰੀਵਿੰਗ ਪ੍ਰੋਸੈਸ ਦੇ ਥਰੂ ਹੀ ਜਾਂਦੇ ਆ। ਸੋ ਉਹ ਵੀ ਕਈ ਵਾਰੀ ਆਪਾਂ ਧਿਆਨ ਨਹੀਂ ਦਿੱਤਾ ਜਾਂਦਾ ਬੱਚਿਆਂ ਪ੍ਰਤੀ। ਸੋ ਆਈ ਥਿੰਕ ਉਹਨਾਂ ਨੂੰ ਵੀ ਉਹਨਾਂ ਦੇ ਇਮੋਸ਼ਨਸ ਅੰਡਰਸਟੈਂਡ ਕਰਨਾ, ਜੇ ਪ੍ਰੋਫੈਸ਼ਨਲ ਹੈਲਪ ਦੀ ਲੋੜ ਆ, ਕਾਉਂਸਲਿੰਗ ਦੀ ਲੋੜ ਆ, ਉਹਨਾਂ ਦੇ ਥਰੂ ਜਾਣਾ। ਕਈ ਵਾਰੀ ਬੱਚੇ ਨਹੀਂ ਐਕਸਪ੍ਰੈਸ ਇਮੋਸ਼ਨਸ ਕਰਦੇ ਫੈਮਿਲੀ ਦੇ ਨਾਲ, ਤਾਂ ਆਈ ਥਿੰਕ ਇਟਸ ਇੰਪੋਰਟੈਂਟ ਫॉर them ਟੂ ਸੀਕ ਪ੍ਰੋਫੈਸ਼ਨਲ ਹੈਲਪ ਐਜ਼ ਵੈਲ। ਮੈਨੂੰ ਲੱਗਦਾ ਜਿਹੜੀ ਤੁਸੀਂ ਸਟੇਜਸ ਦੀ ਗੱਲ ਕੀਤੀ ਸੀ, ਜਦੋਂ ਗੁੱਸਾ ਜਾਂ ਇਹ ਸਟੇਜ ਚੱਲ ਰਹੀ ਹੋਵੇ, ਬੰਦਾ ਗਲਤ ਰਾਹੇ ਵੀ ਪੈ ਸਕਦਾ। ਬਿਲਕੁਲ ਹਾਂਜੀ, ਇਹ ਜਿਹੜੀ ਤੁਸੀਂ ਦੱਸਿਆ ਉਹ ਬਹੁਤ ਗਲਤ ਰਾਹ ਹੈ। ਇੱਦਾਂ ਕਈ ਵਾਰੀ ਬੰਦਾ ਅਲਕੋਹਲ ਦਾ ਜਾਂ ਕਿਸੇ ਡਰੱਗਸ ਦਾ, ਦਵਾਈਆਂ ਦਾ ਸਹਾਰਾ ਲੈਣ ਲੱਗ ਜਾਂਦਾ ਆਪਦੀ ਪੇਨ ਨੂੰ ਨਮ ਕਰਨ ਲਈ। ਹਾਂ, ਤੇ ਉਹਦੇ ਤੋਂ ਬਚਣਾ ਬਹੁਤ ਹੀ ਜ਼ਰੂਰੀ ਆ, ਉਹ ਤੋਂ ਬਚਣਾ ਬਹੁਤ ਜ਼ਰੂਰੀ ਆ। ਅਤੇ ਇਹ ਕਾਫੀ ਕਾਮਨ ਹੈਗਾ, ਸਪੈਸ਼ਲੀ ਮੇਲ ਪਾਪੂਲੇਸ਼ਨ ਦੇ ਵਿੱਚ। ਜਦੋਂ ਉਹ ਕਿਸੇ ਬੱਚੇ ਦਾ ਸਪੈਸ਼ਲੀ ਲੋਸ ਹੋ ਜਾਂਦਾ, ਜਾਂ ਕਈ ਵਾਰੀ ਆਪਾਂ ਉਸ ਪਾਸੇ ਨੂੰ ਵੀ ਬੰਦਾ ਜਾ ਸਕਦਾ। ਜੀ, ਸਾਡੇ ਲਿਸਨਰ ਜੈਰੀ, ਉਹਨਾਂ ਨੇ ਕਿਹਾ ਕਿ ਉਹਨਾਂ ਦੀ ਨੀਸ, ਉਹਨਾਂ ਦਾ ਪੈਟ ਡੌਗ 2 ਸਾਲ ਪਹਿਲਾਂ ਖ਼ਤਮ ਹੋ ਗਿਆ ਸੀ, ਪਰ ਉਹ ਹੱਲੇ ਵੀ ਉਹਦੀਆਂ ਐਸ਼ਿਜ਼ ਆਪਣੇ ਕਮਰੇ 'ਚ ਰੱਖੀਆਂ ਹੋਈਆਂ ਨੇ ਇਹਨਾਂ ਦੀ ਨੀਸ ਨੇ। ਕਹਿੰਦੇ ਮੈਂ ਉਹਦੇ
ਵਾਸਤੇ ਕੀ ਕਰ ਸਕਦਾ, ਕਿਵੇਂ ਉਹਨੂੰ ਹੈਲਪ ਕਰਾਂ ਟੂ ਗੈਟ ਓਵਰ ਹਰ ਲਾਸ ਤਾਂ ਕਿ ਉਹ ਮੂਵ ਔਨ ਕਰ ਸਕੇ। ਹਾਂ, ਬਹੁਤ ਵਧੀਆ ਇਹਨਾਂ ਨੇ ਦੇਖਿਆ ਵੀ ਕਿੰਨਾ ਸੈਡ ਆ। ਦੇਖੋ ਪੈਟ ਦਾ ਲਾਸ ਵੀ ਇੱਕ ਬਹੁਤ ਕਲੋਜ਼ ਲਾਸ ਆ ਤੁਹਾਡਾ, ਬਹੁਤ ਤੁਹਾਨੂੰ ਫੀਲ ਹੁੰਦੀ ਹੈ ਗਰੀਵਿੰਗ ਪ੍ਰੋਸੈਸ 'ਤੇ। ਜਿਵੇਂ ਦੱਸਿਆ ਨੀਸ ਰੱਖਦੀ ਹੈ, ਆਈ ਥਿੰਕ ਇਟਸ ਓਕੇ ਫॉर ਹਰ ਟੂ ਕੀਪ ਹਰ ਦ ਐਸ਼ਜ਼, ਬਟ ਆਈ ਥਿੰਕ ਹੌਲੀ ਹੌਲੀ ਉਹ ਹੈਲਪ ਕਰ ਸਕਦੇ ਆ। ਉਹਨੂੰ ਪੁੱਛਣ ਵੀ ਤੇਰਾ ਪੈਟ ਕਿਵੇਂ ਸੀ, ਆਪਾਂ ਇਹਨੂੰ ਕਿਵੇਂ ਕਰੀਏ, ਕਿੱਥੇ ਤੁਸੀਂ ਉਹਨੂੰ ਕਿਹੜੀ ਰਿਵਰ 'ਤੇ ਲੈ ਕੇ ਜਾਂਦੀ ਸੀ ਜਾਂ ਪੌਂਡ 'ਤੇ ਲੈ ਕੇ ਜਾਂਦੀ ਸੀ, ਕਿੱਥੇ ਐਸ਼ਜ਼ ਸਪਰੈਡ ਕਰੀਏ, ਰਾਈਟ। ਇਫ ਸ਼ੀ ਨੀਡਸ ਸਮ ਸੋਰਟ ਆਫ ਹੈਲਪ, ਪ੍ਰੋਫੈਸ਼ਨਲ ਹੈਲਪ, ਸ਼ੀ ਸ਼ੁਡ get help, professional help, for seek out for help. Cultural differences ਜਿਹੜੇ ਆ ਕਹਿੰਦੇ bring up many aspects we don't understand how we can be helpful at difficult times. Everyone grieves differently. We go through all sorts of emotions when grieving a loss. ਕਈ ਵਾਰੀ ਅਸੀਂ ਆਪਸ ਵਿੱਚ family members ਨਾ ਅਫਸੋਸ ਦਾ ਟਾਈਮ ਹੋ ਗਿਆ, ਫਿਊਨਰਲ ਹੋ ਗਿਆ, ਸਾਲ ਬੀਤ ਗਿਆ, ਇਹ ਇੱਕ ਸੈੱਟ ਟਾਈਮ ਜਿਹਾ ਸਮਝਿਆ ਜਾਂਦਾ ਹੈ ਨਾ ਕਿ ਬਰਸੀ ਹੋ ਗਈ, ਫਿਰ ਉਸ ਤੋਂ ਬਾਅਦ ਸਭ ਠੀਕ ਹੋ ਜਾਊਗਾ। ਪਰ ਆਪਸ ਵਿੱਚ ਗੱਲ ਕਰਨੀ, ਉਸ ਆਪਣੇ ਮਾਂ ਜਾਂ ਬਾਪ ਜਾਂ ਭੈਣ ਜਾਂ ਭਰਾ ਜਿਹੜੀ ਜ਼ਿੰਦਗੀ ਜਿਹੜੀ ਆ ਉਹ ਖਤਮ ਹੋ ਗਈ ਸੀ, ਉਹਦੇ ਬਾਰੇ ਗੱਲ ਕਰਨੀ ਇਸ ਤਰ੍ਹਾਂ ਭੁਲਾ ਦਿੰਦੇ ਕਿ ਸ਼ਾਇਦ ਅਗਲੇ ਨੂੰ ਦਰਦ ਹੋਊਗਾ। ਬਿਲਕੁਲ, ਇਹ ਤਾਂ ਮੈਂ ਆਪਦੀ ਪਰਸਨਲ ਐਗਜ਼ਾਮਪਲ ਦੇ ਦਿੰਦੀ ਹਾਂ ਗੁਰਪ੍ਰੀਤ। ਮੇਰੀ ਮਮ ਦੀ ਡੈਥ 19 ਈਅਰਸ ਪਹਿਲਾਂ ਹੋਈ ਸੀਗੀ। ਸੋ ਵੀ ਵਰ ਆਲ ਯੰਗ, ਮੇਰੇ 2 ਬ੍ਰਦਰ ਨੇ ਯੰਗਰ। ਸੋ ਅਸੀਂ ਭੈਣ ਭਰਾ ਇੱਕ ਦੂਜੇ ਦੀ ਕਾਫੀ ਵੀ ਕੇਅਰ ਅਬਾਊਟ ਈਚ ਅਦਰ, ਓਬਵੀਅਸਲੀ ਸਾਰੇ ਭੈਣ ਭਰਾ ਵਾਂਗੂ। ਅਸੀਂ ਜਦੋਂ ਮਮ ਸਾਡੇ ਪਾਸਡ ਅਵੇ ਹੋ ਗਏ ਅਤੇ ਅਸੀਂ ਬਹੁਤ ਸਾਲ ਕਦੇ ਮਮ ਦਾ ਨਾਂ ਤੱਕ ਨਹੀਂ ਲਿਆ। ਇਹ ਨਹੀਂ ਹੈਗਾ ਵੀ ਅਸੀਂ ਗਰੀਫ ਨਹੀਂ ਸੀ ਕਰਦੇ, ਗਰੀਫ ਵੀ ਕਰਦੇ ਸੀ ਆਪਦੇ ਤੌਰ 'ਤੇ। ਯੂ ਨੋ ਵੀ ਵਰ ਗੋਇੰਗ ਥਰੂ ਦਾ ਲਾਸ, ਬਹੁਤ ਮੁਸ਼ਕਿਲ ਟਾਈਮ ਸੀ। ਪਰ ਸਾਨੂੰ ਲੱਗਦਾ ਸੀ ਜੇ ਅਸੀਂ ਫੋਨ 'ਤੇ ਵੀ ਕਹਿਤਾ ਵੀ ਮੰਮੀ ਦੀ ਗੱਲ ਕਰ ਲਈ, ਸ਼ਾਇਦ ਦੂਜੇ ਬੰਦੇ ਨੂੰ ਤਕਲੀਫ ਪਹੁੰਚੂ, ਵੀ ਜਾਨੂੰ ਆਉਂ ਸੀ ਵੀ ਅਸੀਂ ਭੁੱਲੇ ਹੋਏ ਹਾਂ, ਜਿਵੇਂ ਵੀ ਆਪਦੇ ਜਾਣੇ ਕਹਿੰਦੇ ਸੀ ਵੀ ਯਾਦ ਨਾ ਕਰਾ ਦਈਏ। ਜਦ ਕਿ ਹੁਣ ਮਹਿਸੂਸ ਹੁੰਦਾ ਵੀ ਸਾਨੂੰ ਬਿਲਕੁਲ ਪਤਾ ਨਹੀਂ ਸੀ, ਉਹ ਯਾਦ ਤਾਂ ਸੀਗੇ, ਮੈਨੂੰ ਵੀ ਯਾਦ ਸੀ, ਉਹਨਾਂ ਨੂੰ ਵੀ ਯਾਦ ਸੀ, ਪਰ ਅਸੀਂ ਇੱਕ ਦੂਜੇ ਨਾਲ ਸ਼ੇਅਰ ਨਹੀਂ ਸੀ ਕਰਦੇ ਵੀ ਸ਼ਾਇਦ ਦੂਜੇ ਨੂੰ ਤਕਲੀਫ ਹੋ ਜਾਊਗੀ। ਜਦ ਕਿ ਹੁਣ ਮੇਰੇ ਡੈਡ ਦੀ ਮੈਂ ਤੁਹਾਨੂੰ ਦੱਸਾਂ 1.5 ਸਾਲ ਹੋਇਆ ਪਾਸ ਅਵੇ ਹੋਇਆ। ਹੁਣ ਅਸੀਂ ਆਪਦੇ ਡੈਡ ਦੀਆਂ ਗੱਲਾਂ ਕਰਦੇ ਹਾਂ। ਉਹਨਾਂ ਦੇ ਜਾਣ ਤੋਂ ਪਹਿਲਾਂ ਵੀ ਅਸੀਂ ਉਹਨਾਂ ਨਾਲ ਬੜੀਆਂ ਗੱਲਾਂ ਕੀਤੀਆਂ ਕਿਉਂਕਿ ਉਹ ਥੋੜ੍ਹੇ ਟਰਮੀਨਲ ਸਿੱਖ ਹੋ ਗਏ ਸੀ। ਵੀ ਡੈਡ ਤੁਸੀਂ ਕੀ ਚਾਹੁੰਦੇ ਹੋ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਅਤੇ ਸਾਰੀਆਂ ਚੀਜ਼ਾਂ ਕਹਿਣੀਆਂ ਕਿਉਂਕਿ ਹੁਣ ਸਾਨੂੰ ਪਤਾ ਸੀ। ਸੋ ਮਾਮ ਦੇ ਨਾਲ ਉਹ ਤੁਸੀਂ ਹਜੇ ਵੀ ਉਹ ਰਹਿ ਜਾਂਦਾ ਵੀ ਅਸੀਂ ਇਉਂ ਕਰ ਲੈਣਾ ਸੀ, ਇੱਦਾਂ ਕਰਨਾ ਸੀ, ਪਰ ਇਟ ਵਾਜ਼ ਅਨਫੋਰਚੂਨੇਟ ਦੈਟ ਵੀ ਡਿਡਨਟ ਨੋ। ਸੋ ਆਈ ਥਿੰਕ ਆਪਣੇ ਲਿਸਨਰ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਆ। ਜੋ ਵੀ ਤੁਹਾਡੇ ਲਵਡ ਵਨ ਆ ਉਹਨਾਂ ਨੂੰ ਦੱਸੋ ਵੀ ਲਵ ਯੂ, ਨੋ ਮੈਟਰ। ਕਈ ਵਾਰੀ ਚੀਜ਼ਾਂ ਘਰਾਂ ਦੇ ਵਿੱਚ ਹੋ ਜਾਂਦੀਆਂ ਨੇ, ਕਦੇ ਵੀ ਇਹ ਚੀਜ਼ਾਂ ਲਈ ਵੇਟ ਨਾ ਕਰੋ। ਇੱਕ ਦੂਜੇ ਨੂੰ ਐਪਰੀਸ਼ੀਏਟ ਕਰੋ, ਇੱਕ ਦੂਜੇ ਦੀ ਕੇਅਰ ਕਰੋ, ਇੱਕ ਦੂਜੇ ਦੇ ਇਮੋਸ਼ਨਸ ਨੂੰ ਸਮਝੋ। ਅਤੇ ਜੇ ਕੋਈ ਲਾਸ ਹੁੰਦਾ ਇੱਕ ਦੂਜੇ ਦੇ ਇਮੋਸ਼ਨਸ ਨਾਲ ਨੂੰ ਸਮਝ ਕੇ ਇੱਕ ਦੂਜੇ ਦੇ ਨਾਲ ਖੜੇ ਹੋਵੋ, ਇਹ ਬਹੁਤ ਜ਼ਰੂਰੀ ਹੈ। ਪਰਮਜੀਤ ਸਿੰਘ ਰੰਧਾਵਾ ਜੀ ਸੁਣ ਰਹੇ ਨੇ ਅਤੇ ਪਸੰਦ ਕੀਤਾ ਅੱਜ ਦੀ ਗੱਲਬਾਤ ਨੂੰ। ਮਨਪ੍ਰੀਤ ਹੁਣਾਂ ਦਾ ਮੈਸੇਜ ਹੈ ਕਿ ਉਹਨਾਂ ਦੇ ਫਾਦਰ 35 ਸਾਲ ਪਹਿਲਾਂ ਪੂਰੇ ਹੋ ਗਏ ਸੀ। ਕਹਿੰਦੇ ਉਸ ਵੇਲੇ ਮੇਰੀ ਉਮਰ 5 ਸਾਲ ਦੀ ਹੀ ਸੀ। ਆਈ ਐਮ ਸਟਿਲ ਇਨ ਪੇਨ। ਬਿਲਕੁਲ ਮਨਪ੍ਰੀਤ, ਤੁਹਾਡਾ ਕੁਐਸਚਨ ਜਿਵੇਂ ਤੁਸੀਂ ਦੱਸਿਆ ਵੀ 35 ਸਾਲ ਪਹਿਲਾਂ ਤੁਸੀਂ ਪੇਨ 'ਚੋਂ, ਈਵਨ ਤੁਹਾਨੂੰ ਸ਼ਾਇਦ ਉਹਨਾਂ ਦੀਆਂ ਵਿਵਿਡ ਮੈਮਰੀਜ਼ ਹੀ ਹੋਣ, ਜ਼ਿਆਦਾ ਨਹੀਂ ਪਤਾ, ਪਰ ਬਿਨਾਂ ਫਾਦਰ ਦੇ ਗਰੋ ਅਪ ਹੋਣਾ। ਕਈ ਵਾਰੀ ਤੁਸੀਂ ਆਸੇ ਪਾਸੇ ਦੇ ਬੱਚਿਆਂ ਨੂੰ ਦੇਖਦੇ ਹੋ, ਹੁਣ ਦੇਖਦੇ ਹੋ ਫੈਮਲੀਆਂ ਦੇ ਵਿੱਚ ਕਿਸੇ ਦਾ ਫਾਦਰ ਆ, ਤੁਹਾਨੂੰ ਉਹ ਲਾਸ ਮਹਿਸੂਸ ਹੁੰਦਾ ਹੋਣਾ ਵੀ ਕਿਉਂ ਨਹੀਂ ਮੇਰਾ ਫਾਦਰ, ਕਿਉਂ ਨਹੀਂ, ਕਾਹਤੋਂ ਨਹੀਂ, ਰਾਈਟ। ਕਈ ਵਾਰੀ ਉਹ ਤੁਸੀਂ ਚੀਜ਼ਾਂ ਦੇ ਵਿੱਚੋਂ ਗੋ ਥਰੂ ਹੋਣਾ, ਇਟਸ ਸਟਿਲ ਗੋਨਾ ਬੀ ਫॉर ਰੈਸਟ ਆਫ ਯੂਰ ਲਾਈਫ। ਬਟ ਆਈ ਥਿੰਕ ਜੋ ਵੀ ਤੁਸੀਂ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਯਾਦ ਕਰ ਸਕਦੇ ਹੋ, ਜੋ ਵੀ ਤੁਹਾਨੂੰ ਉਹਨਾਂ ਦੀਆਂ ਚੰਗੀਆਂ ਮੈਮਰੀਜ਼ ਪਤਾ ਵਾ, ਜਾਂ ਤੁਸੀਂ ਆਸੇ ਪਾਸੇ ਦੇ ਲੋਕ ਉਹਨਾਂ ਨੂੰ ਜਾਣਦੇ ਸੀ, ਉਹਨਾਂ ਤੋਂ ਉਹਨਾਂ ਦੀਆਂ ਸਟੋਰੀਆਂ ਸੁਣੋ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋ। ਆਈ ਥਿੰਕ ਇਟ ਵਿਲ ਗਿਵ ਯੂ ਪੀਸ ਆਫ ਮਾਈਂਡ। ਰਾਈਟ, ਐਜ਼ ਵੀਵ ਡਿਸਕਸ ਕਿ ਲਾਸਿਸ ਵਾਈਡ ਰੇਂਜ ਦੇ ਹੋ ਸਕਦੇ ਆ। ਡਿਵੋਰਸ ਦਾ ਲਾਸ, ਆਪਣੇ ਕਿਸੇ ਲਵਡ ਵਨ ਦੀ ਮੌਤ, ਜਾਂ ਫਿਰ ਘਾਟਾ, ਜਾਂ ਫਿਰ ਆਪਣੇ ਪੈਟਸ ਦੀ ਹੀ ਗੱਲ ਕਰ ਰਹੀ ਹੈ। ਜੌਬ ਦੀ ਲਾਸ ਵੀ ਬਹੁਤ, ਰਿਟਾਇਰਮੈਂਟ ਦਾ, ਹਾਂਜੀ, ਇਮੀਗ੍ਰੇਸ਼ਨ ਦਾ ਲਾਸ, ਕਿੰਨੀਆਂ ਸਾਰੀਆਂ ਚੀਜ਼ਾਂ ਨੇ। ਤੁਹਾਨੂੰ ਕੀ ਲੱਗਦਾ ਕਿ ਕਦੋਂ ਕਿਸੇ ਵਿਅਕਤੀ ਨੂੰ ਪ੍ਰੋਫੈਸ਼ਨਲ ਹੈਲਪ ਸੀਕ ਕਰ ਲੈਣੀ ਚਾਹੀਦੀ ਹੈ? ਪ੍ਰੋਫੈਸ਼ਨਲ ਹੈਲਪ ਦੀ ਉਦੋਂ ਲੋੜ ਹੈਗੀ ਆ ਜਦੋਂ ਤੁਹਾਨੂੰ ਲੱਗਦਾ ਵੀ ਤੁਸੀਂ ਆਪਦੀ ਨੋਰਮਲ ਰੂਟੀਨ 'ਚ ਨਹੀਂ ਜਾ ਰਹੇ। ਆਫਟਰ ਲਾਈਕ ਗਰੀਵਿੰਗ ਪੀਰੀਅਡ, ਜਿਵੇਂ ਆਪਾਂ ਕਿਹਾ ਵੀ ਲੰਬਾ ਵੀ ਹੋ ਸਕਦਾ, ਪਰ ਹੁਣ ਲਾਈਕ ਨੋਰਮਲ ਤੁਹਾਨੂੰ ਲਾਈਫ ਸ਼ੁਰੂ, ਤੁਸੀਂ ਨੋਰਮਲ, ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰਦਾ, ਤੁਸੀਂ ਡਿਪਰੈਸ ਫੀਲ ਕਰਦੇ ਹੋ, ਤੁਹਾਡੀ ਈਟਿੰਗ ਹੈਬਿਟਸ ਚੇਂਜ ਹੋ ਗਈਆਂ, ਤੁਸੀਂ ਕੰਮ ਤੋਂ ਛੁੱਟੀ ਲੈ ਰੱਖੀ ਹੈ 6 ਮਹੀਨੇ, ਸਾਲ, 1.5 ਸਾਲ, ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਨੋਰਮਲ
ਫੰਕਸ਼ਨ ਨਹੀਂ ਕਰ ਪਾ ਰਹੇ ਤੇ ਤੁਸੀਂ ਕਿਸੇ ਆਪਦੇ ਆਪ ਨੂੰ ਆਈਸੋਲੇਟ ਕਰ ਲਿਆ, ਕਿਸੇ ਨਾਲ ਸੋਸ਼ਲਾਈਜ਼ ਨਹੀਂ ਕਰਨੇ, ਕਿਤੇ ਜਿਵੇਂ ਫੰਕਸ਼ਨ ਆ, ਕੋਈ ਗੁਰਦੁਆਰਾ ਸਾਹਿਬ ਆ, ਤੁਸੀਂ ਕਿਤੇ ਜਾਣਾ ਤੁਹਾਡਾ ਮਨ ਨਹੀਂ ਕਰਦਾ, ਦੈਨ ਬਹੁਤ ਸਾਰੇ ਗ੍ਰੀਫ ਕਾਉਂਸਲਰ ਹੈਗੇ ਨੇ, ਉਹਨਾਂ ਨੂੰ ਰੀਚ ਆਊਟ ਕਰੋ। PCHS ਦੇ ਵਿੱਚ ਵੀ ਅਸੀਂ ਕਾਉਂਸਲਿੰਗ, ਉੱਥੇ ਆਪਣੇ ਕਾਉਂਸਲਰ ਹੈਗੇ ਆ, ਈਵਨ ਯੂਥ ਕਾਉਂਸਲਰ ਵੀ ਹੈਗੇ ਆ। ਬੱਚਿਆਂ ਨੂੰ ਜੇ ਬੱਚਿਆਂ ਦੇ ਪੇਰੈਂਟਸ ਡਿਵੋਰਸ ਦੇ ਜਾਂ ਗਰੀਵਿੰਗ ਦੇ ਥਰੂ ਜਾ ਰਹੇ ਸੈਪਰੇਸ਼ਨ ਦੇ, ਸੋ ਉਹ ਰੀਚ ਆਊਟ ਕਰੋ ਹੈਲਪ ਲਈ, ਬਿਕੋਜ਼ ਉੱਥੇ ਤੁਹਾਡਾ ਜਾ ਕੇ ਆਈ ਥਿੰਕ ਉਹ ਬਹੁਤ ਹੈਲਪ ਹੁੰਦੀ ਹੈ। ਕਈ ਵਾਰੀ ਗ੍ਰੀਫ ਸਪੋਰਟ ਵਲੰਟੀਅਰਸ ਵੀ ਹੁੰਦੇ ਆ, ਕਈ ਵਾਰੀ ਹੁੰਦਾ ਬੰਦਾ ਉਹੀ ਨਾਟ ਸਿਮਿਲਰ ਬਟ ਉੱਦਾਂ ਦੀ ਸਿਚੁਏਸ਼ਨ ਦੇ ਥਰੂ ਗਿਆ ਹੁੰਦਾ, ਫਿਰ ਉਹ ਆਪਦੀ ਜਰਨੀ ਦੱਸ ਸਕਦੇ ਆ, ਸ਼ੇਅਰ ਕਰ ਸਕਦੇ ਆ। ਆਈ ਥਿੰਕ ਉਹ ਸਪੋਰਟ ਗਰੁੱਪ ਨੂੰ, ਗ੍ਰੀਫ ਸਪੋਰਟ ਗਰੁੱਪ ਆ ਜਿਹੜੇ, ਉਹ ਵੀ ਜੁਆਇਨ ਕੀਤੇ ਜਾ ਸਕਦੇ ਆ ਸੋ ਹੈਲਪ ਲੈਣ ਲਈ। ਪਰ ਡੈਫੀਨੇਟਲੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨੋਰਮਲ ਰੂਟੀਨ ਦੇ ਵਿੱਚੋਂ ਬਾਹਰ ਹੋ ਗਏ ਹੋ ਤੇ ਨਹੀਂ ਤੁਹਾਡਾ ਬਿਲਕੁਲ ਮਨ ਕਰ ਰਿਹਾ, ਇਟਸ prolonging for so long, then I think definitely seek professional help. ਠੀਕ ਹੈ। ਸੋ ਫਾਈਨਲੀ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਤਾਂ ਇਹੀ ਸਾਰੇ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੂੰਗੀ ਵੀ ਬਿਲਕੁਲ ਆਪਣੀ ਫਿਜ਼ੀਕਲ ਹੈਲਥ ਦਾ, ਮੈਂਟਲ ਹੈਲਥ ਦਾ ਖਿਆਲ ਰੱਖੋ। ਜ਼ਿੰਦਗੀ ਇਹ ਆਪਣਾ ਇੱਕ ਪਾਰਟ ਆ। ਆਪਾਂ ਸਾਰਿਆਂ ਨੇ ਇੱਕ ਸਫ਼ਰ 'ਚ ਆ ਰਹੇ ਹਾਂ, ਆਪਾਂ ਸਾਰਿਆਂ ਨੇ ਚਲੇ ਜਾਣਾ, ਪਰ ਜਦੋਂ ਕੋਈ ਚਲਿਆ ਜਾਂਦਾ ਉਸ ਲੋਸ ਨੂੰ ਪ੍ਰੋਪਰ ਹੀਲ ਕਰੋ ਥਰੂ ਗ੍ਰੀਵਿੰਗ ਪ੍ਰੋਸੈਸ, ਉਹਨੂੰ ਰੈਕੋਗਨਾਈਜ਼ ਕਰੋ, ਇੱਕ ਦੂਜੇ ਦੇ ਨਾਲ ਖੜੇ ਹੋਵੋ, ਅਤੇ ਜੇ ਕਿਸੇ ਨੂੰ ਹੈਲਪ ਦੀ ਲੋੜ ਆ ਤਾਂ ਰੀਚ ਆਊਟ ਫॉर ਹੈਲਪ। PCHS ਸਾਊਥ ਏਸ਼ੀਅਨ ਕਮਿਊਨਿਟੀ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਸੋ ਬਹੁਤ ਤਰ੍ਹਾਂ ਦੀਆਂ ਮੈਂਟਲ ਹੈਲਥ ਸਰਵਿਸਿਜ਼, ਅਲਕੋਹਲ ਐਡਿਕਸ਼ਨ, ਈਵਨ ਗ੍ਰੀਵਿੰਗ ਕਾਉਂਸਲਿੰਗ ਵੀ ਪ੍ਰੋਵਾਈਡ ਕੀਤੀ ਜਾਂਦੀ ਆ, ਯੂਥ ਕਾਉਂਸਲਰ ਹੁਣ ਪ੍ਰੋਵਾਈਡ ਕੀਤੀ ਜਾਂਦੀ ਹੈ। ਸਪੈਸ਼ਲੀ ਮੈਂ ਬਹੁਤ ਫੋਕਸ ਕਰਨਾ ਚਾਹੂੰਗੀ ਕਿਉਂਕਿ ਬੱਚੇ ਆ ਜਿਹੜੇ ਇਹਦੇ 'ਚ ਨਗਲੈਕਟ ਇਹਨਾਂ ਚੀਜ਼ਾਂ 'ਚ ਹੋ ਜਾਂਦੇ ਆ। ਸੋ ਆਈ ਥਿੰਕ ਰੀਚ ਆਊਟ ਟੂ PCHS if your kid is struggling through any type of loss, divorce, separation, loss of a parent or grandparent। ਵੀ ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੇ ਆਪ ਦੇ ਆਲੇ ਦੁਆਲੇ ਦਾ ਧਿਆਨ ਰੱਖੋ, ਤੇ that's all. That's beautiful. Thank you so much, Harpreet. Thank you so much, Gurpreet, for having me.